Let us start. Good morning, everyone. Good morning, sir. Good morning. Good morning, Ji. Today we will discuss paper number 6, NAPSILA examination. Paper number 6, CPC, Civil Procedure Code. Civil Procedure Code 1908 ਦੀ ਬੁੱਕ ਹੈ ਜੀ। Civil Procedure Code ਅਸੀਂ ਸਟਾਰਟ ਕਰਾਂਗੇ ਅੱਜ। Part number 6, part number 6, supplementary proceedings. Supplemental proceeding section 94. अपनी अपनी बुक्स निकाल लो जी। Section 94 supplemental proceedings. ਕੁਝ ਐਕਸਟਰਾ ਪ੍ਰੋਸੀਡਿੰਗ ਦਿੱਤੀਆਂ ਗਈਆਂ ਨੇ ਸਿਵਲ ਪ੍ਰੋਸੀਜਰ ਕੋਡ ਦੇ ਵਿੱਚ ਸੀਪੀਸੀ ਦੇ ਵਿੱਚ, ਜਿਹਦੇ ਵਿੱਚ ਸੈਕਸ਼ਨ 94 ਕੀ ਕਹਿੰਦਾ ਹੈ, ਸਪਲੀਮੈਂਟਲ ਪ੍ਰੋਸੀਡਿੰਗਸ ਇਨ ਆਰਡਰ ਟੂ ਪ੍ਰੀਵੈਂਟ ਦਾ ਐਂਡਸ ਆਫ ਦਾ ਜਸਟਿਸ, ਇਨਸਾਫ ਨੂੰ ਮੁੱਖ ਰੱਖਦੇ ਹੋਏ ਜਿਹੜੀ ਕੋਰਟ ਹੈ ਸਿਵਲ ਕੇਸ ਦੇ ਵਿੱਚ ਕੀ ਹੈਗੀ ਆ, ਕੋਰਟ ਮੇ ਇਫ ਇਟ ਇਜ਼ ਸੋ ਪ੍ਰਸਕ੍ਰਾਈਬ ਇਸ਼ੂ ਅ ਵਾਰੰਟ ਟੂ ਅਰੈਸਟ ਦਾ ਡਿਫੈਂਡੈਂਟ। ਕੋਈ ਡਿਫੈਂਡੈਂਟ ਹੈਗਾ, ਕਿਸੇ ਨੇ ਸਿਵਲ ਸੂਟ ਫਾਈਲ ਕੀਤਾ ਹੈ, ਪਲੈਂਟਿਫ ਨੇ, ਦੂਜੇ ਪਾਸੇ ਡਿਫੈਂਡੈਂਟ ਹੈਗਾ, ਜਦੋਂ ਕੋਰਟ ਨੂੰ ਲੱਗਦਾ ਹੈ ਵੀ ਇਹ ਜਿਹੜਾ ਡਿਫੈਂਡੈਂਟ ਹੈ ਕਿਤੇ ਭੱਜ ਕੇ ਜਾ ਸਕਦਾ ਹੈ, ਦੌੜ ਸਕਦਾ ਹੈ, ਠੀਕ ਹੈ, ਕੋਈ ਉਹਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਜਿਹੜੀ ਹੈਗਾ ਮੇ ਬੀ, ਐਂਡ ਬ੍ਰਿੰਗ ਹਿਮ ਬਿਫੋਰ ਦਾ ਕੋਰਟ। ਅਰੈਸਟ ਵਾਰੰਟ ਜਾਰੀ ਕੀਤੇ ਜਾ ਸਕਦੇ ਨੇ ਕੋਈ ਸਿਵਲ ਕੋਰਟ ਵੱਲੋਂ। ਉਹ ਕ੍ਰਿਮੀਨਲ ਕੋਰਟਾਂ 'ਚ ਤਾਂ ਅਰੈਸਟ ਵਾਰੰਟ ਜਾਰੀ ਹੁੰਦੇ ਆ, ਸਿਵਲ ਕੋਰਟ 'ਚ ਵੀ ਵਾਰੰਟ ਜਾਰੀ ਕੀਤੇ ਜਾ ਸਕਦੇ ਨੇ ਅਰੈਸਟ ਵਾਰੰਟ ਡਿਫੈਂਡੈਂਟ ਦੇ। ਬ੍ਰਿੰਗ ਹਿਮ ਬਿਫੋਰ ਦਾ ਕੋਰਟ, ਵਾਰੰਟ ਜਾਰੀ ਕਰਕੇ ਕਿਹਾ ਜਾ ਸਕਦਾ ਹੈ ਵੀ ਇਸ ਨੂੰ ਲੈ ਕੇ ਮੇਰੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ। ਸ਼ੋ ਕਾਜ਼ ਵਾਈ ਹੀ ਸ਼ੁੱਡ ਨਾਟ ਗਿਵ ਦਾ ਸਿਕਿਉਰਿਟੀ ਫਾਰ ਹਿਜ਼ ਅਪੀਅਰੈਂਸ, ਤੇ ਨਾਲ ਹੀ ਉਹਦੇ ਤੋਂ ਮੰਗੀ ਜਾਂਦੀ ਹੈ, ਜ਼ਮਾਨਤ ਮੰਗੀ ਜਾਂਦੀ ਹੈ ਵੀ ਆਪਣੀ ਜ਼ਮਾਨਤ ਦੇਵੇ ਤਾਂ ਕਿ ਜਿਹੜਾ ਹੈਗਾ ਟਾਈਮ ਦੇ ਮੁਤਾਬਕ ਜਦੋਂ ਤੁਹਾਨੂੰ ਬੁਲਾਇਆ ਜਾਵੇ ਤਾਂ ਕੋਰਟ ਦੇ ਵਿੱਚ ਪੇਸ਼ ਹੋਵੇ ਬੰਦਾ। ਐਂਡ ਇਫ ਹੀ ਫੇਲਸ ਟੂ ਕੰਪਲਾਈ ਵਿਦ ਐਨੀ ਆਰਡਰ ਫਾਰ ਦਾ ਸਿਕਿਉਰਿਟੀ ਟੂ ਕਮਿਟ ਹਿਮ ਟੂ ਸਿਵਲ ਪ੍ਰਿਜ਼ਨ, ਜੇ ਉਹ ਸਿਕਿਉਰਿਟੀ ਨਹੀਂ ਦਿੰਦਾ ਹੈਗਾ, ਜ਼ਮਾਨਤ ਨਹੀਂ ਕਿਸੇ ਦੀ ਪੇਸ਼ ਕਰਦਾ, ਤਾਂ ਉਸਨੂੰ ਸਿਵਲ ਪ੍ਰਿਜ਼ਨ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਕੋਰਟ ਵੱਲੋਂ। ਇਹਦਾ ਕਲੌਜ਼ ਬੀ ਹੈਗੀ ਹੈ, ਡਿਫੈਂਡੈਂਟ ਟੂ ਫਰਨਿਸ਼ ਸਿਕਿਉਰਿਟੀ। ਡਿਫੈਂਡੈਂਟ ਨੂੰ ਡਾਇਰੈਕਟ ਕੀਤਾ ਜਾਂਦਾ ਹੈ ਵੀ ਸਿਕਿਉਰਿਟੀ ਆਪਣੀ ਸਿਕਿਉਰਿਟੀ ਦੇਵੇ, ਟੂ ਪ੍ਰੋਡਿਊਸ ਐਨੀ ਪ੍ਰੋਪਰਟੀ ਬਿਲੋਂਗਿੰਗ ਟੂ ਹਿਮ, ਕਿਸੇ ਜਾਇਦਾਦ ਦੀ ਸਿਕਿਉਰਿਟੀ ਦੇਵੇ। ਜੇ ਕੋਈ ਬੰਦਾ ਸਿਕਿਉਰਿਟੀ ਉਹਦੀ ਨਹੀਂ ਦਿੰਦਾ ਤਾਂ ਆਪਣੀ ਕਿਸੇ ਪ੍ਰੋਪਰਟੀ ਦੀ ਸਿਕਿਉਰਿਟੀ ਦੇਵੇ। ਐਂਡ ਟੂ ਪਲੇਸ ਦਾ ਸੇਮ ਐਟ ਦਾ ਡਿਸਪੋਜ਼ਲ ਆਫ ਦਾ ਕੋਰਟ ਔਰ ਆਰਡਰ ਦਾ ਅਟੈਚਮੈਂਟ ਆਫ ਦਾ ਪ੍ਰੋਪਰਟੀ। ਉਹਦੀ ਕਿਸੇ ਪ੍ਰੋਪਰਟੀ ਦੀ ਉਹਦੀ ਅਟੈਚਮੈਂਟ ਵੀ ਕੀਤੀ ਜਾ ਸਕਦੀ ਹੈ, ਜੇ ਕੋਈ ਉਹ ਆਪਣੀ ਪ੍ਰੋਪਰਟੀ ਆਪਣੀ ਜ਼ਮਾਨਤ ਵਜੋਂ ਪੇਸ਼ ਕਰਦਾ ਹੈ ਉਹਦੀ ਅਟੈਚਮੈਂਟ ਕੀਤੀ ਜਾ ਸਕਦੀ ਹੈ। ਜਾਂ ਫਿਰ ਸਿਵਲ ਕੋਰਟ ਦੇ ਵਿੱਚ ਕੀ ਹੈਗਾ, ਆਪਾਂ ਪੜ੍ਹਦੇ ਸੀ ਸੈਕਸ਼ਨ 39 ਆਰਡਰ 39, ਸੌਰੀ ਅੱਗੇ ਜਾ ਕੇ ਪੜਾਂਗੇ। ਗ੍ਰਾਂਟਡ ਟੈਂਪਰੇਰੀ ਇੰਜੈਕਸ਼ਨ ਐਂਡ ਇਨ ਕੇਸ ਆਫ ਡਿਸਓਬੀਡੀਐਂਸ ਕਮਿਟ ਦਾ ਪਰਸਨ ਗਿਲਟੀ ਦੇਅਰ ਆਫ ਟੂ ਦਾ ਸਿਵਲ ਪ੍ਰਿਜ਼ਨ। ਟੈਂਪਰੇਰੀ ਜਿਹੜਾ ਹੈਗਾ ਇੰਜੈਕਸ਼ਨ ਸਟੇ ਜਾਰੀ ਕੀਤੀ ਜਾ ਸਕਦੀ ਹੈ ਕਿਸੇ ਵੀ ਸਿਵਲ ਕੇਸ ਦੇ ਵਿੱਚ ਕੋਰਟ ਵੱਲੋਂ। ਆਰਡਰ 39 ਚ ਅਸੀਂ ਅੱਗੇ ਪੜਾਂਗੇ, ਆਰਡਰ 39 ਰੂਲ 1 ਐਂਡ 2 ਸੀਪੀਸੀ ਚ ਪੜਾਂਗੇ ਵੀ ਜਿੱਥੇ ਟੈਂਪਰੇਰੀ ਇੰਜੈਕਸ਼ਨ ਕੋਰਟ ਵੱਲੋਂ ਜਾਰੀ ਕੀਤੇ ਜਾਂਦੇ ਨੇ। ਗ੍ਰਾਂਟ ਟੈਂਪਰੇਰੀ ਇੰਜੈਕਸ਼ਨ and in case of disobedience commit the person guilty thereof to the civil prison। ਜੇਕਰ ਫਿਰ ਉਹ ਟੈਂਪਰੇਰੀ ਇੰਜੈਕਸ਼ਨ ਦੀ ਉਲੰਘਣਾ ਕਰਦਾ ਹੈ ਕੋਈ ਵਿਅਕਤੀ, ਕੋਰਟ ਨੇ ਕੋਈ ਟੈਂਪਰੇਰੀ ਇੰਜੈਕਸ਼ਨ ਦਿੱਤਾ ਹੈ ਵੀ ਤੂੰ ਆ ਪ੍ਰਾਪਰਟੀ ਸੇਲ ਨਹੀਂ ਕਰ ਸਕਦਾ ਜਾਂ ਤੂੰ ਇਹਦੇ 'ਚ ਐਂਟਰ ਨਹੀਂ ਕਰ ਸਕਦਾ, ਇੱਕ ਵਾਰ ਫਿਰ ਵੀ ਦੂਜਾ ਵਿਅਕਤੀ ਜਿਹੜਾ ਡਿਫੈਂਡੈਂਟ ਹੈਗਾ ਉਹ ਹੁਕਮ ਦੀ ਪਾਲਣਾ ਡਿਸਓਬੇ ਕਰਦਾ ਹੁਕਮ ਨੂੰ, ਤਾਂ ਉਸ ਨੂੰ ਫਿਰ ਵੀ ਸਿਵਲ ਪ੍ਰਿਜ਼ਨ ਦੇ ਵਿੱਚ ਜਿਹੜਾ ਹੈਗਾ ਕੋਰਟ ਵੱਲੋਂ ਭੇਜ ਦਿੱਤਾ ਜਾਂਦਾ ਹੈ। ਐਂਡ ਆਰਡਰ ਦੈਟ ਹਿਸ ਪ੍ਰਾਪਰਟੀ ਵੀ ਅਟੈਚਡ ਐਂਡ ਸੋਲਡ, ਉਹਦੀ ਜਿਹੜੀ ਪ੍ਰਾਪਰਟੀ ਹੈਗੀ ਆ ਉਹਨੂੰ ਅਟੈਚ ਕਰਕੇ ਵੇਚਿਆ ਵੀ ਜਾ ਸਕਦਾ ਕੋਰਟ ਵੱਲੋਂ। ਜਾਂ ਫਿਰ ਕੋਰਟ ਕੋਲੇ ਅਧਿਕਾਰ ਹੈਗਾ ਅਪਾਇੰਟ ਰਿਸੀਵਰ ਆਫ ਐਨੀ ਪ੍ਰਾਪਰਟੀ, ਕੋਈ ਪ੍ਰਾਪਰਟੀ ਹੈਗੀ ਹੈ ਕਿਸੇ ਡਿਫੈਂਡੈਂਟ ਦੀ, ਉਹਦੀ ਪ੍ਰਾਪਰਟੀ ਦੇ ਅਗੇਂਸਟ ਜਿਹੜੀ ਕੋਰਟ ਹੈਗੀ ਕੋਰਟ ਵੱਲੋਂ ਕੋਈ ਰਿਸੀਵਰ ਨਿਯੁਕਤ ਕੀਤਾ ਜਾਂਦਾ ਹੈ। ਜਿਵੇਂ ਕਿ ਅਕਸਰ ਆਪਾਂ ਦੇਖਦੇ ਹੈਗੇ ਆ ਜਦੋਂ ਕੋਈ ਝਗੜੇ ਡਿਸਪਿਊਟ ਹੁੰਦੇ ਨੇ ਤਾਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਰਿਸੀਵਰ ਨਿਯੁਕਤ ਕੀਤਾ ਜਾਂਦਾ ਹੁੰਦਾ ਹੈ। ਉਸੇ ਕੇਸ ਦੇ ਵਿੱਚ ਸਿਵਲ ਕੋਰਟ ਕੋਲੇ ਪਾਵਰ ਹੈਗੀ ਆ ਅਪਾਇੰਟ ਰਿਸੀਵਰ ਆਫ ਐਨੀ ਪ੍ਰਾਪਰਟੀ ਐਂਡ ਇਨਫੋਰਸ ਦਾ ਪਰਫਾਰਮੈਂਸ ਆਫ ਹਿਸ ਡਿਊਟੀਜ਼ ਬਾਈ ਅਟੈਚਿੰਗ ਐਂਡ ਸੈਲਿੰਗ ਹਿਸ ਪ੍ਰਾਪਰਟੀ। ਜਿਹੜੀ ਪ੍ਰਾਪਰਟੀ ਨੂੰ ਦੇ ਉੱਪਰ ਰਿਸੀਵਰ ਨਿਯੁਕਤ ਕੀਤਾ ਹੈਗਾ, ਰਿਸੀਵਰ ਨੂੰ ਡਿਰੈਕਸ਼ਨ ਦਿੱਤੀ ਜਾ ਸਕਦੀ ਹੈ ਵੀ ਇਸ ਪ੍ਰਾਪਰਟੀ ਨੂੰ ਅਟੈਚ ਕਰਨ ਤੋਂ ਬਾਅਦ ਫਿਰ ਇਸ ਦੀ ਜਿਹੜੀ ਹੈਗੀ ਓਪਨ ਆਪਸ਼ਨ ਦੇ ਵਿੱਚ ਇਹਦੀ ਵੇਚੀ ਵੀ ਜਾ ਸਕਦੀ ਹੈ। ਜਾਂ ਫਿਰ ਕੋਰਟ ਜਿਹੜੀ ਹੈਗੀ ਇੰਟਰਲੋਕਟਰੀ ਆਰਡਰਸ, ਹੋਰ ਜਿਹੜੇ ਇੰਟਰਮ ਆਰਡਰ ਜਿਹੜੇ ਹੈਗੇ ਆ ਜਿਹੜੇ ਵੀ ਕੋਰਟ ਨੂੰ ਠੀਕ ਸਮਝੇ ਕੋਰਟ ਵੱਲੋਂ ਜਾਰੀ ਕੀਤੇ ਜਾ ਸਕਦੇ ਸਿਵਲ ਕੇਸਾਂ ਦੇ ਵਿੱਚ। ਸਪੈਸ਼ਲ ਗੱਲ ਕੀਤੀ ਗਈ ਹੈ ਸਿਵਲ ਕੇਸਾਂ ਦੀ ਵੀ ਸਿਵਲ ਕੇਸ ਦੇ ਵਿੱਚ ਵੀ ਕੋਰਟ ਕੋਲੇ ਅਰੈਸਟ ਕਰਨ ਦੀ, ਜੇਲ੍ਹ ਭੇਜਣ ਦੀ ਜਿਹੜੀ ਪਾਵਰ ਹੁੰਦੀ ਹੈ। ਨੈਕਸਟ ਹੈ ਸੈਕਸ਼ਨ 95 ਕੰਪਨਸੇਸ਼ਨ ਫਾਰ obtaining arrest attachment or injunction on insufficient grounds। ਕਈ ਵਾਰੀ ਕੀ ਹੁੰਦਾ ਹੈ ਕਿਸੇ ਪਲੈਂਟਿਫ ਨੇ ਕੋਈ ਸੂਟ ਫਾਈਲ ਕੀਤਾ, ਠੀਕ ਹੈ, ਉਹਦੇ ਵਿੱਚ ਉਹਨੇ ਕੋਈ ਮਿਸ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਜਿਹਦੇ ਬਿਹਾਫ ਤੇ
ਕੋਰਟ ਨੇ ਕਿਸੇ ਦੂਜੇ ਵਿਅਕਤੀ ਨੂੰ ਅਰੈਸਟ ਕਰ ਲਿਆ, ਡਿਫੈਂਡੈਂਟ ਨੂੰ ਅਰੈਸਟ ਕਰ ਲਿਆ, ਜਾਂ ਉਹਦੀ ਪ੍ਰਾਪਰਟੀ ਅਟੈਚ ਕਰ ਦਿੱਤੀ, ਜਾਂ ਕੋਈ ਇੰਜੈਕਸ਼ਨ ਦੇਤਾ, ਸਟੇ ਦਿੱਤੀ, ਟੈਂਪਰੇਰੀ ਤੌਰ ਤੇ ਸਟੇ ਦਿੱਤੀ, ਇਨਸਫੀਸ਼ੀਐਂਟ ਗਰਾਊਂਡਸ, ਜਿਹੜੀਆਂ ਪਲੈਂਟਿਫ ਦੀਆਂ ਗਰਾਊਂਡ ਸੀਗੀਆਂ ਉਹ ਠੀਕ ਨਹੀਂ ਸੀਗੀਆਂ, ਗਲਤ ਸੀਗੀਆਂ। ਜਦੋਂ ਦੂਜੀ ਪਾਰਟੀ ਨੇ ਆ ਕੇ ਉਹਨੂੰ ਡਿਫੈਂਡ ਕੀਤਾ, ਕੰਟੈਸਟ ਕੀਤਾ, ਤਾਂ ਪਤਾ ਲੱਗਿਆ ਕੋਰਟ ਨੂੰ ਵੀ ਇਹ ਜਿਹੜਾ ਮੇਰੇ ਤੋਂ ਅਰੈਸਟ ਵਾਰੰਟ ਜਾਰੀ ਹੋਏ ਸੀ ਇਹ ਵੀ ਗਲਤ ਹੋਏ ਸੀਗੇ, ਜਾਂ ਕੋਰਟ ਵੱਲੋਂ ਅਟੈਚਮੈਂਟ ਵਾਰੰਟ ਜਾਰੀ, ਅਟੈਚਮੈਂਟ ਦੇ ਆਰਡਰ ਹੋਏ ਸੀ ਉਹ ਵੀ ਗਲਤ ਹੋਏ ਸੀਗੇ, ਜਾਂ ਕੋਰਟ ਨੇ ਇੰਜੈਕਸ਼ਨ ਜਾਰੀ ਕੀਤਾ ਸੀਗਾ ਉਹ ਵੀ ਨਹੀਂ ਸੀ ਕਰਨਾ, ਕੀਤਾ ਜਾਣਾ ਬੰਦਾ। ਜਦੋਂ ਕੋਰਟ ਨੂੰ ਇਹ ਅਪੀਲ ਹੁੰਦਾ ਹੈ, ਲੱਗਦਾ ਹੈ ਦੂਜੀ ਪਾਰਟੀ ਦੇ ਕੰਟੈਸਟ ਕਰਨ ਤੋਂ ਬਾਅਦ, ਇਟ ਅਪੀਅਰਸ ਟੂ ਦਾ ਕੋਰਟ that such arrest warrant, attachment or injection was applied for the insufficient grounds. Suit of the plaintiff fails, ਜਾਂ ਫਿਰ ਗਰਾਊਂਡ ਇਨਸਫੀਸ਼ੀਐਂਟ ਹੋਵੇ, ਜਾਂ ਜਿਹੜਾ ਪਲੈਂਟਿਫ ਹੈ ਉਹਦਾ ਜਿਹੜਾ ਮੁਕੱਦਮਾ ਫੇਲ ਹੋ ਜਾਵੇ, ਜੋ ਉਹਨੇ ਦਾਇਰ ਕੀਤਾ ਸੀ, ਜਿਹਨੇ ਗਰਾਊਂਡਾਂ ਦੇ ਉੱਪਰ ਉਸਨੇ ਦਾਇਰ ਕੀਤਾ ਸੀ ਉਹਦਾ ਮੁਕੱਦਮਾ ਫੇਲ ਹੋ ਜਾਵੇ, ਤਾਂ ਕੀ ਹੋਏਗਾ? ਤਾਂ ਦਾ ਡਿਫੈਂਡੈਂਟ ਮੇ ਅਪਲਾਈ ਟੂ ਦਾ ਕੋਰਟ, ਜਿਹੜਾ ਡਿਫੈਂਡੈਂਟ ਹੈਗਾ ਉਹਨੂੰ ਲਾਸ ਹੋਇਆ, ਉਹਦੀ ਇੰਜਰੀ ਹੋਈ ਹੈ, ਉਹਨੂੰ ਬਿਨਾਂ ਮਤਲਬ ਤੋਂ ਅਰੈਸਟ ਕੀਤਾ ਗਿਆ, ਜਾਂ ਬਿਨਾਂ ਮਤਲਬ ਤੋਂ ਉਹਦੀ ਪ੍ਰਾਪਰਟੀ ਅਟੈਚ ਕੀਤੀ ਗਈ, ਜਾਂ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਗਰਾਊਂਡ ਤੋਂ ਉਹਦਾ ਮਤਲਬ ਕਿ ਇੰਜੈਕਸ਼ਨ ਹੋਇਆ, ਉਹਦਾ ਕੰਮ ਚੱਲਦਾ ਚੱਲਦਾ ਰੁਕ ਗਿਆ। ਹੋ ਸਕਦਾ ਉਹ ਕਿਤੇ ਘਰ ਬਣਾ ਰਿਹਾ ਹੋਵੇ, ਜਾਂ ਕੋਈ ਕੰਸਟਰਕਸ਼ਨ ਕਰ ਰਿਹਾ ਹੋਵੇ, ਉਹ ਰੋਕ ਦਿੱਤੀ ਗਈ ਹੋਵੇ ਗਲਤ ਗਰਾਊਂਡਾਂ ਦੇ ਬਿਹਾਫ ਤੇ। ਤਾਂ ਫਿਰ ਉਹ ਡਿਫੈਂਡੈਂਟ ਕੀ ਕਰ ਸਕਦਾ ਹੈ? ਦਾ ਡਿਫੈਂਡੈਂਟ ਮੇ ਅਪਲਾਈ ਟੂ ਦਾ ਕੋਰਟ and the court may upon such application award against the plaintiff of its order such amount not exceeding 50,000, 50,000 ਰੁਪਏ ਤੱਕ ਦੀ ਜਿਹੜੀ ਅਮਾਉਂਟ ਹੈ ਕੰਪਨਸੇਸ਼ਨ ਵਜੋਂ ਡਿਫੈਂਡੈਂਟ ਨੂੰ ਦਿੱਤੀ ਜਾ ਸਕਦੀ ਹੈ। ਜਿਹੜੀ ਰੀਜ਼ਨੇਬਲ ਕੰਪਨਸੇਸ਼ਨ ਹੈਗਾ ਉਸ ਨੂੰ ਦਿੱਤਾ ਜਾ ਸਕਦਾ ਹੈ। ਉਹਦਾ ਜਿਹੜਾ ਇਕਨੋਮਿਕਲ ਲਾਸ ਹੋਇਆ ਉਹ ਵੀ ਦਿੱਤਾ ਜਾ ਸਕਦਾ ਹੈ। ਐਕਸਪੈਂਸਿਸ ਔਰ ਇੰਜਰੀ ਇਨਕਲੂਡਿੰਗ ਇੰਜਰੀ ਆਫ ਦਾ ਰੈਪੂਟੇਸ਼ਨ, ਜੇ ਉਹਦੀ ਰੈਪੂਟੇਸ਼ਨ ਨੂੰ ਕੋਈ ਲਾਸ ਹੋਇਆ ਹੈਗਾ, ਜਿਵੇਂ ਅਰੈਸਟ ਕੀਤਾ ਗਿਆ ਕਿਸੇ ਨੂੰ ਗਲਤ ਤਰੀਕੇ ਦੇ ਨਾਲ, ਉਹਦੀ ਰੈਪੂਟੇਸ਼ਨ ਲਾਸ ਹੁੰਦਾ ਹੈਗਾ, ਠੀਕ ਹੈ ਜੀ, ਤਾਂ ਉਹ ਰੈਪੂਟੇਸ਼ਨ ਦਾ ਜਿਹੜਾ ਲਾਸ ਹੈ ਉਹ ਵੀ ਜਿਹੜੀ ਕੋਰਟ ਹੈਗੀ ਹੈ ਪਲੈਂਟਿਫ ਨੂੰ ਪੈਨਲਟੀ ਪਾ ਕੇ ਕੰਪਨਸੇਸ਼ਨ ਦੇਣ ਦੇ ਲਈ ਆਰਡਰ ਕੀਤਾ ਜਾ ਸਕਦਾ ਹੈ ਵੀ ਡਿਫੈਂਡੈਂਟ ਨੂੰ ਜਿਹੜੀ ਕੰਪਨਸੇਸ਼ਨ ਦਿੱਤਾ ਜਾਵੇ, ਪ੍ਰੋਵਾਈਡਡ ਦੈਟ ਕੋਰਟ ਸ਼ੈਲ ਨਾਟ ਅਵਾਰਡ। ਪਰ ਇੱਥੇ ਨਾਲ ਇਹ ਵੀ ਸ਼ਰਤ ਲਿਖੀ ਗਈ ਹੈ ਜਿਹੜੀ ਕੋਰਟ ਹੈਗੀ ਹੈ ਉਹ ਜਿੰਨੀ ਉਹਦੀ ਪਕਿੰਦਰੀ ਜੁਰਿਸਡਿਕਸ਼ਨ ਹੁੰਦੀ ਹੈ ਉਸ ਤੋਂ ਵੱਧ ਜਿਹੜਾ ਕੰਪਨਸੇਸ਼ਨ ਹੈ ਨਹੀਂ ਦਵਾ ਸਕਦੀ। ਕੋਰਟ ਦਾ ਜਿਹੜਾ ਅਧਿਕਾਰ ਖੇਤਰ ਹੈ ਆਪਣੇ ਅਧਿਕਾਰ ਖੇਤਰ ਤੋਂ ਵੱਧ ਜਿਹੜੇ ਹੈਗਾ ਨਹੀਂ ਉਸ ਨੂੰ ਕੰਪਨਸੇਸ਼ਨ ਦਵਾਇਆ ਜਾ ਸਕਦਾ। ਐਨ ਆਰਡਰ ਡਿਟਰਮਿਨਿੰਗ ਐਨੀ ਸਚ ਐਪਲੀਕੇਸ਼ਨ ਸ਼ੈਲ ਬਾਰ ਐਨੀ ਸੂਟ ਫਾਰ ਕੰਪਨਸੇਸ਼ਨ ਇਨ ਰਿਸਪੈਕਟ ਆਫ ਅਰੈਸਟ। ਫਿਰ ਕਹਿੰਦੇ ਵੀ ਜੇ ਕੋਈ ਇਹਦੇ ਬੇਸਿਸ ਤੇ ਕੋਈ ਵਿਅਕਤੀ ਸੂਟ ਫਾਈਲ ਕਰਨਾ ਚਾਹੁੰਦਾ ਹੈ ਉਹ ਬਾਰ ਹੈਗਾ, ਸੂਟ ਦਾਇਰ ਨਹੀਂ ਕੀਤਾ ਜਾ ਸਕਦਾ। ਇਸੇ ਕੋਰਟ ਨੇ, ਜਿਸ ਕੋਰਟ ਨੇ ਕੋਈ ਇਦਾਂ ਦਾ ਆਰਡਰ ਜਾਰੀ ਕੀਤਾ ਸੀਗਾ, ਠੀਕ ਹੈ, ਉਸੇ ਕੋਰਟ ਦੇ ਵਿੱਚ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ, ਉਸੇ ਕੋਰਟ 'ਚ ਐਪਲੀਕੇਸ਼ਨ ਦੇ ਕੇ ਤੁਸੀਂ ਕੰਪਨਸੇਸ਼ਨ ਲੈ ਸਕਦੇ ਹੋ। ਸੈਪਰੇਟ ਤੌਰ ਤੇ ਜਿਹੜਾ ਮੁਕੱਦਮਾ ਦਾਇਰ ਕਰਨ ਦੇ ਲਈ ਸੂਟ ਫਾਈਲ ਕੀਤਾ ਗਿਆ ਹੈ। ਨੈਕਸਟ ਅਸੀਂ ਪੜਾਂਗੇ ਪਾਰਟ ਨੰਬਰ 10, ਇਹ ਹੈ ਰੂਲਸ ਦੇ ਬੇਸ ਤੇ। ਜਦੋਂ ਦੇਖੋ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ, ਸੈਕਸ਼ਨ ਬਣਦੇ ਨੇ, ਐਕਟ ਬਣਦਾ ਹੈਗਾ, ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲਸ ਬਣਾਏ ਜਾਂਦੇ ਆ, ਠੀਕ ਹੈ। ਜੇ ਕਿਤੇ ਫਿਰ ਰੂਲਾਂ 'ਚ ਫਿਰ ਕੋਈ ਕਮੀ ਰਹਿ ਜਾਂਦੀ ਹੈ ਫਿਰ ਰੂਲਾਂ 'ਚ ਅਮੈਂਡਮੈਂਟ ਕਰ ਦਿੱਤੀ ਜਾਂਦੀ ਹੈ ਜਾਂ ਹੋਰ ਨਵੇਂ ਰੂਲ ਬਣਾ ਦਿੱਤੇ ਜਾਂਦੇ ਨੇ। ਸੈਕਸ਼ਨ ਜਿਹੜਾ 180 121 'ਚ ਕੀ ਕਿਹਾ ਗਿਆ? ਇਫੈਕਟ ਆਫ ਰੂਲਸ ਇਨ ਫਸਟ ਸ਼ਡਿਊਲ। ਇਹ 'ਚ ਕਿਹਾ ਗਿਆ ਵੀ ਜਿਹੜੇ ਰੂਲ ਬਣਾ ਦਿੱਤੇ ਗਏ, ਠੀਕ ਹੈ, ਜਦੋਂ ਤੱਕ ਉਹ ਅਨਲ ਨਹੀਂ ਹੁੰਦੇ ਜਾਂਦੇ, ਉਹਨਾਂ ਨੂੰ ਅਨਲ ਜਾਂ ਉਹਨੂੰ ਆਲਟਰ ਨਹੀਂ ਕਰ ਦਿੱਤਾ ਜਾਂਦਾ, ਉਹ ਫੋਰਸ ਦੇ ਵਿੱਚ ਰਹਿੰਦੇ ਆ। ਸੈਕਸ਼ਨ 122 ਪਾਰਟ 789 ਸਰ, ਪਾਰਟ 789 ਇਹ ਹਾਂ 789 ਪਾਰਟ ਆਪਣੇ ਸਿਲੇਬਸ 'ਚ ਨਹੀਂ ਹੈਗੇ। ਓਕੇ ਸਰ, ਹਾਂ ਆਪਣੇ ਸਿਲੇਬਸ 'ਚ ਨਹੀਂ ਹੈਗੇ 789 ਪਾਰਟ ਨੰਬਰ 10 ਤੇ ਆ ਜਾਓ। ਸੈਕਸ਼ਨ 121 ਤੇ ਸੈਕਸ਼ਨ 122 ਕੀ ਕਿਹਾ ਹੈ? 121 'ਚ ਤਾਂ ਨਹੀਂ ਕਿਹਾ ਗਿਆ ਵੀ ਜਦੋਂ ਤੱਕ ਕੋਈ ਰੂਲ ਜਿਹੜਾ ਬਣਿਆ ਹੋਇਆ ਹੈਗਾ, ਜਦੋਂ ਤੱਕ ਉਹ ਰੂਲ ਦੀ ਕੋਈ ਅਮੈਂਡਮੈਂਟ ਨਹੀਂ ਹੋ ਜਾਂਦੀ ਜਾਂ ਰੂਲ ਅਨਲ ਨਹੀਂ ਹੋ ਜਾਂਦਾ ਕੋਰਟ ਆਪਣੇ ਗਵਰਨਮੈਂਟ ਵੱਲੋਂ, ਤਾਂ ਉਦੋਂ ਤੱਕ ਜਿਹੜਾ ਰੂਲ ਹੈਗਾ ਉਹ ਫੋਰਸ ਵਿੱਚ ਰਹਿੰਦਾ ਹੈ, ਲਾਗੂ ਰਹਿੰਦਾ ਮਤਲਬ ਕਹਿਣ ਦਾ ਭਾਵ। ਨੈਕਸਟ ਹੈ ਸੈਕਸ਼ਨ 122 ਪਾਵਰ ਆਫ ਸਰਟਨ ਹਾਈ ਕੋਰਟਸ ਟੂ ਮੇਕ ਰੂਲਸ। ਹਾਈ ਕੋਰਟ ਕੋਲ ਵੀ ਅਧਿਕਾਰ ਹੈਗੇ ਆ ਰੂਲ ਬਣਾਉਣ ਦੇ। ਹਾਈ ਕੋਰਟ ਨੇ ਕਿਵੇਂ ਕੰਮ ਕਰਨਾ ਹੈ, ਹਾਈ ਕੋਰਟ ਦੀਆਂ ਜਿਹੜੀਆਂ ਸਬੋਰਡੀਨੇਟਸ ਕੋਰਟਸ ਹੈਗੀਆਂ ਨੇ ਉਹਨਾਂ ਨੇ ਕਿਵੇਂ ਕੰਮ ਕਰਨਾ ਹੈਗਾ, ਉਹਦੇ ਸੰਬੰਧੀ ਪ੍ਰੋਸੀਜਰ ਰੂਲਸ। ਹਾਈ ਕੋਰਟ not being the court of a judicial commissioner may from time to time after previous publication, ਜਦੋਂ ਕੋਈ ਰੂਲ ਬਣਾਏ ਜਾਂਦੇ ਆ ਤਾਂ ਉਹਨਾਂ ਦੀ ਪਬਲੀਕੇਸ਼ਨ ਕੀਤੀ ਜਾਂਦੀ ਹੈ। ਡਰਾਫਟ ਰੂਲਸ ਬਣਾਏ ਜਾਂਦੇ ਆ, ਡਰਾਫਟ ਰੂਲ ਬਣਾ ਕੇ ਪਬਲੀਕੇਸ਼ਨ ਕੀਤੀ ਜਾਂਦੀ ਹੈ। ਪਬਲੀਕੇਸ਼ਨ ਹੋਣ ਤੋਂ ਬਾਅਦ ਹੀ make rules regulating their own procedure and the procedure of their civil courts subject to their superintendent's control may by such rules annual alter। ਮਤਲਬ ਕਿ ਜਿਹੜੀ ਹਾਈ ਕੋਰਟ ਹੈਗੀ ਹੈ, ਹਾਈ ਕੋਰਟ ਆਪਦੇ ਪ੍ਰੋਸੀਜਰ ਦਾ ਤੇ ਆਪਣੀਆਂ ਜਿਹੜੀਆਂ ਸਬੋਰਡੀਨੇਟ ਕੋਰਟਸ ਹੈਗੀਆਂ ਉਹਨਾਂ ਨੇ ਕਿਵੇਂ ਕੰਮ ਕਰਨਾ ਹੈਗਾ, ਕਿਸੇ ਕੰਮ ਦੇ ਸੰਬੰਧੀ, ਕਿਸੇ ਪ੍ਰੋਸੀਜਰ ਦੇ ਸੰਬੰਧੀ ਜਿਹੜੀ ਹਾਈ ਕੋਰਟ ਹੈਗੀ ਹੈ ਉਹ ਰੂਲ ਬਣਾ ਸਕਦੀ ਹੈ।
ਤੇ ਪਰ ਰੂਲ ਬਣਾਉਣ ਤੋਂ ਪਹਿਲਾਂ ਜਿਹੜੇ ਹੈਗੇ ਆ ਉਹਨਾਂ ਨੂੰ ਪਬਲੀਕੇਸ਼ਨ ਕੀਤੀ ਜਾਂਦੀ ਹੈ ਰੂਲਾਂ ਦੀ। ਖਰੜਾ ਕੱਚਾ ਖਰੜਾ ਬਣਾ ਕੇ ਉਹਨੂੰ ਪਬਲਿਸ਼ ਕੀਤਾ ਜਾਂਦਾ ਹੈਗਾ। ਕਿਸੇ ਦੇ ਆਬਜੈਕਸ਼ਨ ਜੇ ਕਿਸੇ ਨੂੰ ਇਤਰਾਜ਼ ਹੈਗਾ ਤਾਂ ਉਹ ਇਤਰਾਜ਼ ਪੇਸ਼ ਕਰ ਸਕਦੇ ਨੇ, ਉਹਦੇ ਮੁਤਾਬਕ ਫਿਰ ਹੈਗਾ ਜਿਹੜਾ ਰੂਲ ਬਣਾ ਕੇ ਰੂਲਾਂ 'ਚ ਕੋਈ ਅਮੈਂਡਮੈਂਟ ਵੀ ਕੀਤੀ ਜਾ ਸਕਦੀ ਹੈ ਜਾਂ ਕੋਈ ਐਡੀਸ਼ਨ ਵੀ ਕੀਤੀ ਜਾ ਸਕਦੀ ਹੈ, ਕੋਈ ਨਵੇਂ ਰੂਲ ਵੀ ਬਣਾਏ ਜਾ ਸਕਦੇ। ਨੈਕਸਟ ਹੈਗਾ ਸੈਕਸ਼ਨ 123 ਕੰਸਟੀਟਿਊਸ਼ਨ ਆਫ ਰੂਲਸ ਕਮੇਟੀ ਇਨ ਸਰਟਨ ਸਟੇਟਸ। ਕੁਝ ਸਟੇਟਾਂ ਦੇ ਵਿੱਚ ਕੀ ਹੈਗੀ ਰੂਲ ਕਮੇਟੀਆਂ ਬਣਾਈਆਂ ਹੋਈਆਂ ਨੇ। ਜਿਹੜੇ ਕਮੇਟੀਆਂ ਹੈਗੀਆਂ ਨੇ ਉਹਨਾਂ ਦੀ ਕੀ ਰਿਸਪੌਂਸਿਬਿਲਿਟੀ ਹੈ, ਉਹਨਾਂ ਦੀ ਇਹੀ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਨੇ ਰੂਲਸ ਬਣਾਉਣੇ ਹੈਗੇ ਆ। ਇੱਕ ਕਮੇਟੀ ਟੂ ਬੀ ਕਾਲਡ ਦਾ ਰੂਲ ਕਮੇਟੀ ਕਿਹਾ ਜਾਂਦਾ, ਉਹਨੂੰ ਸ਼ੈਲ ਬੀ ਕੰਸਟੀਟਿਊਟਡ ਹਾਈ ਕੋਰਟ ਯੂਜ਼ਲ ਪਲੇਸ ਆਫ ਦਾ ਹਾਈ ਸਿਟਿੰਗ ਆਫ ਦਾ ਹਾਈ ਕੋਰਟ, ਜਿੱਥੇ ਹਾਈ ਕੋਰਟ ਹੁੰਦੀ ਹੈ ਉੱਥੇ ਹੀ ਜਿਹੜੀ ਹੈਗੀ ਹੈ ਇਹ ਰੂਲ ਕਮੇਟੀ ਬਣਾਈ ਜਾਂਦੀ ਹੈ। ਇਹਦੇ ਵਿੱਚ ਕੀ ਕੌਣ ਮੈਂਬਰ ਹੁੰਦੇ ਆ? ਈਚ ਆਫ ਸਚ ਕਮੇਟੀ ਸ਼ੈਲ ਕੰਸਿਸਟ ਦਾ ਫੋਲੋਇੰਗ ਪਰਸਨਸ ਨੇਮਲੀ 3 ਜੱਜਸ ਆਫ ਦਾ ਹਾਈ ਕੋਰਟ। ਜਿਹੜੀ ਰੂਲ ਕਮੇਟੀ ਹੁੰਦੀ ਹੈ ਉਹਦੇ 3 ਜੱਜ ਹਾਈ ਕੋਰਟ ਦੇ ਹੁੰਦੇ ਆ। ਐਂਡ ਹਾਈ ਕੋਰਟ ਐਸਟੈਬਲਿਸ਼ ਐਟ ਦਾ ਟਾਊਨ ਐਟ ਵਿਚ ਸਚ ਕਮੇਟੀ ਇਜ਼ ਕੰਸਟੀਟਿਊਟਡ ਵਨ ਆਫ whom at least has served as a district judge। ਉਹ ਤਿੰਨਾਂ ਦੇ ਵਿੱਚੋਂ ਇੱਕ ਨੇ ਘੱਟੋ ਘੱਟ ਡਿਸਟ੍ਰਿਕਟ ਜੱਜ ਵਜੋਂ ਕੰਮ ਕੀਤਾ ਹੋਵੇ, served as a district judge ਔਰ divisional judge for 3 years। ਜਿਹੜੇ ਹਾਈ ਕੋਰਟ ਦੇ 3 ਜੱਜ ਹੈਗੇ ਆ ਬਣਾਏ ਗਏ ਆ, ਹੁਣ ਜੋ ਘੱਟੋ ਘੱਟ ਜਿਹੜਾ ਇੱਕ ਜੱਜ ਹੈਗਾ ਉਸਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਕੰਮ ਕੀਤਾ ਹੋਵੇ 3 ਸਾਲ ਤੇ 3 ਸਾਲ ਤੱਕ। ਤੇ ਦੂਸਰਾ ਪੁਆਇੰਟ ਕੀ ਹੈ? 2 ਲੀਗਲ ਪ੍ਰੈਕਟੀਸ਼ਨਰਸ ਇਨਰੋਲਡ ਇਨ ਦਾ ਕੋਰਟ। 2 ਜਿਹੜੇ ਵਕੀਲ ਹੈਗੇ ਆ ਉਸ ਕੋਰਟ 'ਚ ਕੰਮ ਕਰਦੇ ਹੈਗੇ ਆ, 2 ਉਹ ਮੈਂਬਰ ਹੋਣਗੇ ਰੂਲ ਕਮੇਟੀ ਦੇ। ਤੀਸਰਾ ਕੋਈ ਹੈ ਇਹ ਜੱਜ ਆਫ ਦਾ ਸਿਵਲ ਕੋਰਟ ਸਬਆਰਡੀਨੇਟ ਟੂ ਦਾ ਹਾਈ ਕੋਰਟ। ਹਾਈ ਕੋਰਟ ਦੀ ਜਿਹੜੀ ਸਬਆਰਡੀਨੇਟ ਕੋਰਟਾਂ ਹੈਗੀਆਂ ਨੇ ਉਹਦੇ ਵਿੱਚ ਇੱਕ ਜਿਹੜਾ ਹੈਗਾ ਸਿਵਲ ਜੱਜ ਨੂੰ ਲਿਆ ਜਾਂਦਾ ਹੈਗਾ, ਜੱਜ ਆਫ ਸਿਵਲ ਕੋਰਟ। ਸਬਸੈਕਸ਼ਨ 3 'ਚ ਕੀ ਕਿਹਾ ਗਿਆ? ਦਾ ਮੈਂਬਰਸ ਆਫ ਈਚ ਸਚ ਕਮੇਟੀ ਸ਼ੈਲ ਬੀ ਅਪਾਇੰਟਡ ਬਾਈ ਦਾ ਹਾਈ ਕੋਰਟ। ਇਹ ਜਿਹੜੇ ਸਾਰੇ ਮੈਂਬਰ ਹੈਗੇ ਆ ਇਹ ਹਾਈ ਕੋਰਟ ਵੱਲੋਂ ਅਪਾਇੰਟ ਕੀਤੇ ਜਾਂਦੇ ਆ। ਸ਼ੈਲ ਆਲਸੋ ਨੋਮੀਨੇਟ ਵਨ ਆਫ देयर ਮੈਂਬਰ ਟੂ ਬੀ ਪ੍ਰੈਜ਼ੀਡੈਂਟ। ਇਹਨਾਂ ਵਿੱਚੋਂ ਸਾਰਿਆਂ ਚੋਂ ਫਿਰ ਇੱਕ ਜਿਹੜਾ ਮੈਂਬਰ ਹੈਗਾ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ। ਈਚ ਮੈਂਬਰ ਆਫ ਐਨੀ ਸਚ ਕਮੇਟੀ ਸ਼ੈਲ ਹੋਲਡ ਆਫਿਸ ਫਾਰ ਸਚ ਪੀਰੀਅਡ ਐਜ਼ ਮੇ ਬੀ ਪ੍ਰਸਕ੍ਰਾਈਬਡ ਬਾਈ ਦਾ ਹਾਈ ਕੋਰਟ। ਜਿੰਨਾ ਸਮੇਂ ਦੇ ਲਈ ਹਾਈ ਕੋਰਟ ਕਹਿੰਦੀ ਹੈ ਉਨੀ ਦੇਰ ਤੱਕ ਉਹ ਜਿਹੜੇ ਮੈਂਬਰ ਹੈਗੇ ਆ ਰਹਿੰਦੇ ਹੈਗੇ ਆ। देयर शैल बी सैक्रेटरी टू ईच सच कमेटी। इस कमेटी ਦੇ ਇੱਕ ਮੈਂਬਰ ਇੱਕ ਪ੍ਰੈਜ਼ੀਡੈਂਟ ਹੁੰਦਾ, ਇੱਕ ਸੈਕਟਰੀ ਹੁੰਦਾ, ਬਾਕੀ ਦੇ ਮੈਂਬਰ ਹੁੰਦੇ ਆ। ਠੀਕ ਹੈ ਜੀ, ਇਹ ਰੂਲ ਕਮੇਟੀ ਇਹਨੂੰ ਕਿਹਾ ਜਾਂਦਾ ਹੈ, ਇਹ ਰੂਲ ਬਣਾਇਆ ਜਾਂਦਾ ਇਹਦੇ ਵੱਲੋਂ। ਸੈਕਸ਼ਨ 124 ਚ ਕੀ ਹੈ? ਕਮੇਟੀ ਟੂ ਦਾ ਰਿਪੋਰਟ ਟੂ ਦਾ ਹਾਈ ਕੋਰਟ। ਜਿਹੜੀ ਕਮੇਟੀ ਹੈਗੀ ਜਦੋਂ ਇਹਨੇ ਕੋਈ ਰੂਲ ਬਣਾਉਣਾ ਹੈਗਾ ਉਹਦੀ ਜਿਹੜੀ ਰਿਪੋਰਟ ਹੈਗੀ ਹੈ ਕੋਈ ਪ੍ਰਪੋਜ਼ਲ ਭੇਜੀ ਜਾਂਦੀ ਹੈ ਉਹ ਹਾਈ ਕੋਰਟ ਨੂੰ ਭੇਜੀ ਜਾਂਦੀ ਹੈ। ਇਟ ਇਜ਼ ਕੰਸਟੀਟਿਊਟਡ ਔਨ ਐਨੀ ਪ੍ਰਪੋਜ਼ਲ ਟੂ ਐਨੂਅਲ ਆਲਟਰ ਔਰ ਐਡ। ਕੋਈ ਅਨਲ ਕਰਨਾ ਹੈ, ਖਤਮ ਕਰਨਾ ਕਿਸੇ ਰੂਲ ਨੂੰ, ਜਾਂ ਕਿਸੇ ਰੂਲ ਦੇ ਵਿੱਚ ਅਲਟਰੇਸ਼ਨ ਕਰਨੀ ਹੈ, ਜਾਂ ਕਿਸੇ ਰੂਲ ਦੇ ਵਿੱਚ ਐਡੀਸ਼ਨ ਕਰਨੀ ਹੈ। ਠੀਕ ਹੈ, ਇੱਦਾਂ ਦੀ ਜਿਹੜੀ ਪ੍ਰਪੋਜ਼ਲ ਹੈਗੀ ਹੈ ਹਾਈ ਕੋਰਟ ਨੂੰ ਬਣਾ ਕੇ ਭੇਜੀ ਜਾਂਦੀ ਹੈ ਇਸ ਕਮੇਟੀ ਵੱਲੋਂ। ਸੈਕਸ਼ਨ 125 ਕੀ ਹੈ? ਪਾਵਰ ਆਫ ਦਾ ਅਦਰ ਹਾਈ ਕੋਰਟਸ ਟੂ ਮੇਕ ਰੂਲਸ। ਹਾਈ ਕੋਰਟਸ ਅਦਰ ਦੈਨ ਦਾ ਕੋਰਟਸ ਸਪੈਸੀਫਾਈਡ। ਉਹ 122 ਤੋਂ ਇਲਾਵਾ ਕਹਿੰਦਾ ਹੋਰ ਹਾਈ ਕੋਰਟਸ ਕੋਲੇ ਵੀ ਇਦਾਂ ਦੇ ਜਿਹੜੇ ਅਧਿਕਾਰ ਹੈਗੇ, ਰੂਲ ਬਣਾਉਣ ਦੇ ਅਧਿਕਾਰ ਹੈਗੇ ਆਪਣੇ ਪ੍ਰੋਸੀਜਰ ਲਈ ਤੇ ਆਪਣੀਆਂ ਸਬਆਰਡੀਨੇਟਸ ਕੋਰਟਾਂ ਦੇ ਜਿਹੜੇ ਪ੍ਰੋਸੀਜਰ ਅਡਾਪਟ ਕੀਤੇ ਜਾਂਦੇ ਆ। 126 ਰੂਲਸ ਟੂ ਬੀ ਸਬਜੈਕਟ ਟੂ ਅਪਰੂਵਲ। ਜਿਹੜੇ ਇਹ ਰੂਲ ਬਣਾਏ ਜਾਂਦੇ ਆ ਇਸ ਸਬਜੈਕਟ ਦਾ ਅਪਰੂਵਲ ਉਹ ਤਾਂ ਗਵਰਨਮੈਂਟ ਹੁੰਦੇ ਆ। ਜੋ ਕਿਸੇ ਰੂਲ ਕਮੇਟੀ ਨੇ ਜਾਂ ਹਾਈ ਕੋਰਟ ਨੇ ਜੋ ਰੂਲ ਬਣਾਤੇ ਫਿਰ ਇਹਦੀ ਪਰਮਿਸ਼ਨ ਹੈਗੀ ਹੈ ਉਹ ਗਵਰਨਮੈਂਟ ਵੱਲੋਂ ਹੁੰਦੀ ਹੈਗੀ ਹੈ। ਪ੍ਰੀਵੀਅਸ ਅਪਰੂਵਲ ਆਫ ਦਾ ਗਵਰਨਮੈਂਟ ਆਫ ਦਾ ਸਟੇਟ, ਜਿਸ ਸਟੇਟ ਦੇ ਲਈ ਬਣਾਏ ਜਾ ਰਹੇ ਨੇ, ਜਾਂ ਫਿਰ ਕੋਰਟ ਇਜ਼ ਨਾਟ ਸਿਚੁਏਟਡ ਇਨ ਐਨੀ ਸਟੇਟ to previous approval of the central government। then publication of the rules। ਆਪਾਂ ਨੂੰ ਸਾਨੂੰ ਪਤਾ ਹੈ ਵੀ ਜਦੋਂ ਰੂਲ ਬਣਾਏ ਜਾਂਦੇ ਆ ਤਾਂ ਉਹਨਾਂ ਦੀ ਪਬਲਿਕੇਸ਼ਨ ਹੋ ਜਾਂਦੀ ਹੈ। ਜਦੋਂ ਰੂਲ ਬਣ ਜਾਂਦਾ ਹੈਗਾ rules so made and approved shall be published in the official gazette and shall from time to time publication ਦੀ ਕੀਤੀ ਜਾਂਦੀ ਹੈ। excellent। 128 matters for which rules may provide। ਕਿਹੜੇ ਮੈਟਰ ਨੇ ਕਿਹਦੇ ਉੱਪਰ ਅਸੀਂ ਰੂਲ ਜਿਹੜੇ ਹੈਗੇ ਰੂਲ ਕਮੇਟੀ ਜਾਂ ਡਿਸਟ੍ਰਿਕਟ ਹਾਈ ਕੋਰਟ ਜਾਂ ਕੋਰਟਾਂ ਬਣਾ ਸਕਦੀਆਂ ਨੇ। ਸਮਨਿੰਗ ਦਾ ਪ੍ਰੋਸੈਸ ਹੈ। ਠੀਕ ਹੈ, ਸਮਨਿੰਗ ਕਿਵੇਂ ਹੋਣੀ ਚਾਹੀਦੀ ਹੈ, ਕਿਹਨੂੰ ਹੋਣੀ ਚਾਹੀਦੀ ਹੈ, ਮੇਲ ਮੈਂਬਰ ਹੋਣੀ ਚਾਹੀਦੀ ਹੈ, ਫੀਮੇਲ ਮੈਂਬਰ ਹੋਣੀ ਚਾਹੀਦੀ ਹੈ, ਕਿਸੇ ਏਜੰਟ ਨੂੰ ਦਿੱਤੀ ਜਾ ਸਕਦੀ ਹੈ, ਨੋਟਿਸ ਕਿਵੇਂ ਕੀਤਾ ਜਾਏਗਾ, ਪ੍ਰੋਸੈਸ ਕਿਵੇਂ ਅਡਾਪਟ ਕਰਨਾ, ਜਿਵੇਂ ਸੈਕਸ਼ਨ 20 'ਚ ਅਸੀਂ ਪੜ੍ਹ ਕੇ ਗਏ ਹਾਂ ਪਹਿਲਾਂ। ਠੀਕ ਹੈ ਜੀ,
ਮੇਨਟੇਨੈਂਸ ਐਂਡ ਕਸਟਡੀ, ਕੋਈ ਵਿਅਕਤੀ ਨੂੰ ਕਿਸੇ ਮਤਲਬ ਕਿ ਜੇਲ੍ਹ ਦੇ ਵਿੱਚ ਭੇਜਣਾ ਹੈ, ਉਹਦੀ ਮੇਨਟੇਨੈਂਸ ਜਾਂ ਕਸਟਡੀ। ਅਟੈਚਮੈਂਟ ਪ੍ਰੋਪਰਟੀ ਕੋਈ ਕੀਤੀ ਜਾਂਦੀ ਹੈ, ਕਿਵੇਂ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਕਦੋਂ ਕਦੋਂ ਕੀਤੀ ਜਾਂਦੀ ਹੈ, ਤੇ ਸੇਲ ਵਗੈਰਾ ਦੇ ਸੰਬੰਧੀ ਇਹ ਸਾਰੇ ਜਿਹੜੇ ਹੈਗੇ ਆ ਦੱਸੇ ਗਏ ਨੇ ਵੀ ਕਿਹੜੇ ਕਿਹੜੇ ਜਿਹੜੇ ਵੀ ਕੰਮ ਕੋਰਟਾਂ ਕਰਦੀਆਂ ਨੇ ਜਾਂ ਕੋਰਟਾਂ ਦੇ ਅਧੀਨ ਵਿਅਕਤੀ ਕੰਮ ਕਰਦੇ ਆ, ਠੀਕ ਹੈ, ਉਹਨਾਂ ਸਭ ਸੰਬੰਧੀ ਹੀ ਮਤਲਬ ਕਿ ਹੈਗਾ ਵੀ ਦੇ ਰੂਲ ਨੇ। ਜੇ ਕਿਤੇ ਜ਼ਰੂਰਤ ਪੈਂਦੀ ਹੈ ਕੋਈ ਐਡੀਸ਼ਨ ਕਰਨ ਦੀ ਜਾਂ ਨਲ ਕਰਨ ਦੀ ਜਾਂ ਅਮੈਂਡਮੈਂਟ ਕਰਨ ਦੀ, ਉਹ ਜਿਹੜੇ ਰੂਲ ਬਣਾਏ ਜਾਂਦੇ ਆ। ਆਹ ਡਿਟੇਲ ਦਿੱਤੀ ਗਈ ਹੈ ਸਬ ਸੈਕਸ਼ਨ 2 ਦੇ ਵਿੱਚ, A ਤੋਂ ਲੈ ਕੇ FGHI ਤੱਕ। ਫਾਰਮਸ, ਰਜਿਸਟਰਸ, ਬੁੱਕਸ, ਕਿਤਾਬਾਂ ਕਿਹੋ ਜਿਹੀਆਂ ਹੋਣਗੀਆਂ, ਕਿਹੜੇ ਕਿਹੜੇ ਕਾਲਮ ਹੋਣਗੇ, ਠੀਕ ਹੈ। ਪ੍ਰੋਸੀਜਰ ਬਾਈ ਵੇ ਆਫ originating, ਸਮਨਿੰਗ, ਕੰਸੋਲੀਡੇਸ਼ਨ, ਸੂਟਸ, ਜੇ ਸੂਟਾਂ ਨੂੰ ਕਲੱਬ ਕਰਨਾ ਹੈ, ਮੁਕੱਦਮਿਆਂ ਨੂੰ ਕਲੱਬ ਕਰਨਾ ਹੈ, 3-4 ਮੁਕੱਦਮੇ ਚੱਲ ਰਹੇ ਨੇ ਉਹਨੂੰ ਇਕੱਠੇ ਕਰਨਾ ਹੈ, ਤਾਂ ਉਹਦਾ ਕੀ ਪ੍ਰੋਸੀਜਰ ਹੈ। ਅਪੀਲਸ ਐਂਡ ਅਦਰ ਪ੍ਰੋਸੀਡਿੰਗਸ, ਹੋ ਕੋਈ ਪ੍ਰੋਸੀਡਿੰਗ ਚੱਲਦੀ ਹੈ, ਇਹ ਸਾਰੇ ਡਿਟੇਲ ਦਿੱਤੀ ਗਈ ਹੈ ਵੀ ਕਿੱਥੇ ਕਿੱਥੇ ਜਿਹੜਾ ਰੂਲ ਹੈਗਾ ਮਤਲਬ ਕਿ ਕੋਰਟਾਂ ਵੱਲੋਂ ਜਾਂ ਰੂਲ ਕਮੇਟੀ ਵੱਲੋਂ ਸਰਕਾਰ ਦੀ ਅਪਰੂਵਲ ਲੈ ਕੇ ਜਿਹੜੇ ਬਣਾਏ ਜਾ ਸਕਦੇ ਹੈਗੇ। ਨੈਕਸਟ ਹੈ ਸੈਕਸ਼ਨ 129, ਪਾਵਰ ਆਫ the high courts to make rules as to their original civil procedure, as to their original civil procedure। ਹਾਈ ਕੋਰਟ ਨੂੰ ਇਹ ਪਾਵਰ ਦਿੱਤੀ ਗਈ ਹੈ ਟੂ ਮੇਕ ਰੂਲਸ ਐਜ਼ ਟੂ देयर ओरिजिनल ਸਿਵਲ ਪ੍ਰੋਸੀਜਰ ਦੇ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ, ਕੋਈ ਐਡੀਸ਼ਨਸ ਕਰਨੀ ਹੈ ਜੀ, ਕੋਈ ਨਵਾਂ ਰੂਲ ਬਣਾਉਣਾ ਹੈਗਾ। ਇਹ ਚਾਰੋਂ 'ਚ ਫਰਕ ਦਾ ਕੋਈ ਜ਼ਿਆਦਾ ਲੱਗਦਾ ਨਹੀਂ ਗੱਲ ਮੈਨੂੰ। notwithstanding anything contained in this court, any high court not being the court of a judicial commissioner, judicial commissioner ਨੂੰ ਛੱਡ ਕੇ ਹਾਈ ਕੋਰਟ ਦੀ ਗੱਲ ਕੀਤੀ ਗਈ ਹੈ, may make such rules not inconsistent with the letters patent or other law। ਦੇਖੋ ਇਹ ਕੀ ਹੈਗਾ ਆਮ ਤੌਰ ਤੇ ਤਾਂ ਦੇਖੋ ਜਨਰਲ ਰੂਲ ਕੀ ਹੈ, ਜਨਰਲ ਰੂਲ ਇਹ ਹੈਗਾ ਵੀ ਜਿਹੜੇ ਵੀ ਰੂਲ ਬਣਾਏ ਜਾਂਦੇ ਆ ਉਹ ਤੁਹਾਡੇ ਐਕਟ ਦੇ ਕੰਸਿਸਟੈਂਟ ਹੋਣੇ ਚਾਹੀਦੇ ਆ, ਐਕਟ ਨੂੰ ਕੰਟਰਾਡਿਕਸ਼ਨ ਨਹੀਂ ਕਰਨੇ ਚਾਹੀਦੇ, ਐਕਟ ਦੀ ਕਿਸੇ ਸੈਕਸ਼ਨ ਦੇ ਅਗੇਂਸਟ ਨਹੀਂ ਹੋਣਾ ਚਾਹੀਦਾ ਰੂਲ, ਵੀ ਐਕਟ ਕੀ ਕਹਿੰਦਾ ਤੇ ਰੂਲ ਕੀ ਕਹਿੰਦਾ, ਆਪੋਜ਼ਿਟ ਕੰਟਰਾਡਿਕਟਰੀ ਨਹੀਂ ਹੋਣਾ ਚਾਹੀਦਾ, ਠੀਕ ਹੈ। ਪਰ ਆ ਜਿਹੜਾ ਦੂਜਾ ਪੈਰਾ ਸੀ 129, ਇਹਦੇ ਵਿੱਚ ਮਤਲਬ ਕਿ ਜੇ ਕੋਈ ਪ੍ਰੋਸੀਜਰ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਹੈ, ਕੰਟਰਾਡਿਕਟ ਵੀ ਕਰਦਾ, ਇਹਦੇ ਵਿੱਚ ਇਹ ਥੋੜਾ ਜਿਹਾ ਗੱਲ ਕਰੀ ਗਈ ਹੈਗੀ ਹੈ ਵੀ ਜਿਹੜੀ ਹਾਈ ਕੋਰਟ ਹੈ ਰੂਲ ਬਣਾ ਸਕਦੀ ਹੈਗੀ ਹੈ ਜਿੱਥੇ ਵੀ ਉਹਨੂੰ ਜ਼ਰੂਰਤ ਸਮਝਦੀ ਹੈ। Then section 130, power of other high courts to make rules as to matter other than procedure। procedure ਤੋਂ ਇਲਾਵਾ ਵੀ ਕੋਈ ਹੋਰ ਮੈਟਰ ਹੈਗਾ ਉਸ ਮੈਟਰ ਨੂੰ ਲੈ ਕੇ ਵੀ ਹਾਈ ਕੋਰਟ ਵੱਲੋਂ ਰੂਲ ਬਣਾਏ ਜਾ ਸਕਦੇ ਨੇ। ਪਬਲਿਕੇਸ਼ਨ ਦਾ ਰੂਲ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਹੀ, ਜਦੋਂ ਵੀ ਰੂਲ ਬਣਾਏ ਜਾਂਦੇ ਹੈਗੇ ਸੈਕਸ਼ਨ 129 130 ਦੇ ਵਿੱਚ shall be published official gazette ਦੇ ਵਿੱਚ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਤਾਂ ਕਿ ਆਮ ਜਨਤਾ ਨੂੰ ਉਹਦੀ ਜਿਹੜੀ ਪਬਲਿਕੇਸ਼ਨ ਹੋ ਜਾਏ, ਆਮ ਜਨਤਾ ਨੂੰ ਜਾਣਕਾਰੀ ਹੋਵੇ, ਲੋੜ ਮੁਤਾਬਕ ਜਿਹਨਾਂ ਨੇ ਦੇਖਣਾ ਹੁੰਦਾ ਹੈਗਾ। ਨੈਕਸਟ ਹੈਗਾ ਪਾਰਟ 11 ਮਿਸਲੇਨੀਅਸ। ਅਸੀਂ ਪੜ੍ਹ ਰਹੇ ਹਾਂ ਸਿਵਲ ਪ੍ਰੋਸੀਜਰ ਕੋਡ ਦਾ ਜਿਹੜਾ ਸੈਕਸ਼ਨ ਵਾਲਾ ਪਾਰਟ ਹੈ, ਇਹਦੇ ਜਿਹੜੇ ਹੈਗੇ 1 ਤੋਂ ਲੈ ਕੇ 158 ਤੱਕ ਸੈਕਸ਼ਨਸ ਹੈਗੇ ਆ, ਫਿਰ ਦਿਨ ਅੱਗੇ ਸਟਾਰਟ ਹੋ ਜਾਂਦੇ ਨੇ, ਆਰਡਰ ਸਟਾਰਟ ਹੋ ਜਾਂਦੇ ਨੇ। ਇਹ ਜਿਹੜਾ ਲਾਸਟ ਜਿਹੜਾ ਪਾਰਟ ਹੈਗਾ ਸੈਕਸ਼ਨਸ ਦਾ ਮਿਸਲੇਨੀਅਸ, ਜਿਹੜੇ ਕਿਤੇ ਕਿਸੇ ਹੈਡ ਦੇ ਅਧੀਨ ਕੋਈ ਸੈਕਸ਼ਨਸ ਕੋਈ ਪੁਆਇੰਟ ਕਵਰ ਨਹੀਂ ਹੁੰਦੇ, ਠੀਕ ਹੈ, ਉਹਨਾਂ ਨੂੰ ਇਹਨਾਂ ਨੇ ਮਿਸਲੇਨੀਅਸ ਪਾਰਟ 11 ਨੂੰ ਬਣਾ ਕੇ ਮਿਸਲੇਨੀਅਸ ਐਡ ਕਰ ਦਿੱਤਾ ਹੈਗਾ, ਕਿਸੇ ਹੈਡ ਦੇ ਅਧੀਨ ਜਿਹੜਾ ਨਹੀਂ ਆਉਂਦਾ। ਇਹਦੇ ਵਿੱਚ ਕੀ ਕਿਹਾ ਗਿਆ 132 ਚ ਕੀ ਕਿਹਾ ਹੈ, ਐਗਜ਼ੈਂਪਸ਼ਨਸ ਆਫ ਸਰਟਨ ਵੂਮਨ ਫਰੋਮ ਪਰਸਨਲ ਅਪੀਅਰੈਂਸ। ਦੇਖੋ ਜਨਰਲ ਤਾਂ ਇਹ ਹੈਗਾ ਵੀ ਕਿਸੇ ਵੀ ਵਿਅਕਤੀ ਨੂੰ ਜਿਹੜੀ ਕੋਰਟ ਹੈਗੀ ਹੈ, ਜੋ ਮੈਨ ਹੈ ਜੇ ਵੂਮਨ ਹੈਗਾ, ਠੀਕ ਹੈ, ਕੋਰਟ ਸਮਨ ਭੇਜ ਕੇ ਬੁਲਾ ਸਕਦੀ ਹੈ। ਬਟ ਇੱਥੇ ਐਕਸੈਪਸ਼ਨ ਦਿੱਤੀ ਗਈ ਹੈ, ਐਗਜ਼ੈਂਪਟ ਕੀਤਾ ਗਿਆ ਹੈ ਕਿਸੇ ਵੂਮਨ ਨੂੰ। ਕਿਹੜੀ ਵੂਮਨ ਨੂੰ? ਜਿਹਨੂੰ ਕਸਟਮ ਅਲਾਉ ਨਹੀਂ ਕਰਦਾ ਅਕੋਰਡਿੰਗ ਟੂ ਦਾ ਕਸਟਮਸ ਐਂਡ ਮੈਨਰਸ ਆਫ ਦਾ ਕੰਟਰੀ। ਉਸ ਕੰਟਰੀ ਦੇ ਜਿਹੜੇ ਕਸਟਮਸ ਹੈਗੇ ਆ ਉਹਦੇ ਮਤਲਬ ਆਰ ਨਾਟ ਟੂ ਬੀ ਕੰਪੈਲਡ ਟੂ ਅਪੀਅਰ ਇਨ ਪਬਲਿਕ। ਜਿਹਨੂੰ ਕਿਸੇ ਵੂਮਨ ਨੂੰ ਜਿਹੜਾ ਕਸਟਮ ਹੈ ਅਲਾਉ ਨਹੀਂ ਕਰਦਾ ਵੀ ਉਹ ਪਬਲਿਕ ਦੇ ਵਿੱਚ ਆਮ ਜਨਤਾ ਦੇ ਵਿੱਚ ਆਵੇ, ਠੀਕ ਹੈ। ਐਸੀ ਕੋਈ ਵੂਮਨ ਜੇ ਹੋਵੇ ਜਿਹਨੂੰ ਉਹਦਾ ਕਸਟਮ ਅਲਾਉਣਾ ਕਰਦਾ ਹੋਵੇ, ਧਾਰਮਿਕ ਉਹਦਾ ਮਤਲਬ ਕਿ ਸਮਾਜ ਅਲਾਉਣਾ ਕਰਦਾ ਹੋਵੇ ਵੀ ਉਹ ਆਮ ਜਨਤਾ ਦੇ ਵਿੱਚ ਆ ਕੇ ਅਪੀਅਰ ਹੋਵੇ, ਪੇਸ਼ ਹੋਵੇ, ਤਾਂ ਐਸੀ ਵੂਮਨ ਨੂੰ ਜਿਹੜੀ ਹੈਗੀ ਕੋਰਟ ਹੈਗੀ ਹੈ ਉਹ ਐਗਜ਼ੈਂਪਟ ਕਰ ਦਿੰਦੀ ਹੈ ਪਰਸਨਲ ਅਪੀਅਰੈਂਸ ਆਫ ਦਾ ਇਨ ਦਾ ਕੋਰਟ। ਕੋਰਟ ਦੇ ਵਿੱਚ ਉਹਨੂੰ ਪਰਸਨਲ ਅਪੀਅਰ ਕਰਨ ਦੇ ਲਈ ਐਗਜ਼ੈਂਪਟ ਕੀਤਾ ਜਾ ਸਕਦਾ ਕੋਰਟ ਵੱਲੋਂ। ਪਰ ਨਾਲ ਹੀ ਇੱਥੇ ਕਹੇਗਾ ਵੀ ਜੇ ਕਿਸੇ
ਵੂਮਨ ਦੇ ਖਿਲਾਫ ਕੋਈ ਅਰੈਸਟ ਵਾਰੰਟ ਹੈਗਾ, ਨਥਿੰਗ ਹੇਅਰ ਕੰਟੇਨ ਸ਼ੈਲ ਬੀ ਡੀਮਡ ਟੂ ਐਗਜ਼ੈਂਪਟ such women from arrest in execution of a civil process। ਕੋਈ ਸਿਵਲ ਪ੍ਰੋਸੈਸ ਚੱਲ ਰਿਹਾ ਹੈ, ਕੋਈ ਐਗਜੀਕਿਊਸ਼ਨ ਹੋ ਰਹੀ ਹੈ, ਉਹਦੀ ਅਰੈਸਟ ਦੀ ਜ਼ਰੂਰਤ ਹੈਗੀ ਹੈ। in any case in which the arrest of women is not prohibited, ਜਿੱਥੇ ਉਸ ਕਾਨੂੰਨ ਦੇ ਵਿੱਚ ਜਿੱਥੇ ਵੂਮਨ ਨੂੰ ਅਰੈਸਟ ਕਰਨ ਤੋਂ ਪ੍ਰੋਹਿਬਿਟ ਨਹੀਂ ਕੀਤਾ ਗਿਆ, ਠੀਕ ਹੈ, ਉਹਦੇ ਵਿੱਚ ਜਿਹੜੀ ਹੈਗੀ ਹੈ ਇਹ ਐਗਜ਼ੈਂਪਸ਼ਨ ਦੀ ਜਿਹੜੀ ਹੈਗੀ ਹੈ ਕੋਈ ਬੈਨੀਫਿਟ ਨਹੀਂ ਲੈ ਸਕਦਾ। Next is section 133, exemptions of other persons। ਹੋਰ ਕਿਹੜੇ ਪਰਸਨਸ ਹੈਗੇ ਆ ਜਿਹੜੇ ਕੋਰਟ ਦੇ ਵਿੱਚ ਮਤਲਬ ਕਿ ਜਿਨ੍ਹਾਂ ਨੂੰ ਐਗਜ਼ਾਮਡ ਕੀਤਾ ਗਿਆ ਇਨ ਪਰਸਨ ਪੇਸ਼ ਹੋਣ ਦੀ ਖਾਤਰ। ਪ੍ਰੈਜ਼ੀਡੈਂਟ ਆਫ ਇੰਡੀਆ, ਇਹਨਾਂ ਨੂੰ ਐਗਜ਼ਾਮਸ਼ਨ ਦਿੱਤੀ ਗਈ ਹੈ ਸਾਡੇ ਐਕਟ ਦੇ ਵਿੱਚ, ਸੰਵਿਧਾਨ ਇਹਦੇ ਵਿੱਚ, ਸਾਡੇ CPC ਦੇ ਵਿੱਚ ਵੀ ਇਹਨਾਂ ਨੂੰ ਪਰਸਨਲ ਅਪੀਅਰ ਹੋਣ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਪ੍ਰੈਜ਼ੀਡੈਂਟ ਆਫ ਇੰਡੀਆ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਸਪੀਕਰ ਆਫ ਦਾ ਹਾਊਸ ਆਫ ਦਾ ਪੀਪਲ, ਲੋਕ ਸਭਾ ਦੇ ਸਪੀਕਰ, ਮਿਨਿਸਟਰ ਆਫ ਦਾ ਯੂਨੀਅਨ, ਸੈਂਟਰ ਦੇ ਕੋਈ ਮਿਨਿਸਟਰ ਹੋਵੇ, ਜੱਜ ਆਫ ਦਾ ਸੁਪਰੀਮ ਕੋਰਟ, ਗਵਰਨਰਸ ਆਫ ਦਾ ਸਟੇਟਸ ਐਂਡ ਐਡਮਿਨਿਸਟ੍ਰੇਟਰਸ ਆਫ ਦਾ ਡਿਊਟੀ ਦੇ ਐਡਮਿਨਿਸਟ੍ਰੇਟਰ ਤੇ ਸਟੇਟਸ ਦੇ ਗਵਰਨਰ, ਸਪੀਕਰਸ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ, ਵਿਧਾਨ ਸਭਾ ਦਾ ਸਪੀਕਰ ਤੇ ਵਿਧਾਨ ਕੌਂਸਲ ਦਾ ਚੇਅਰਮੈਨ, ਮਿਨਿਸਟਰ ਆਫ ਦਾ ਸਟੇਟਸ, judges of the high courts and the persons to whom section 87 applies। बात देखो next लो, where any persons claim the privilege of such exemption and it is consequently necessary to examine him by the commission। privilege ਦਿੱਤੀ ਗਈ ਹੈ ਕੋਰਟ ਵੱਲੋਂ, ਸਾਡੇ ਇਹ ਜਿਹੜੀ ਹੈਗੀ CPC ਵੱਲੋਂ, ਸਾਡੇ ਐਕਟ ਵੱਲੋਂ ਪ੍ਰਿਵਿਲੇਜ ਦਿੱਤੀ ਗਈ ਇਸ ਵਿਅਕਤੀਆਂ ਨੂੰ, ਪਰ ਜਿਹੜੀ ਪੜ੍ਹ ਕੇ ਗਿਆ ਲਿਸਟ ਵੀ ਉਹਨਾਂ ਨੂੰ ਇਨ ਪਰਸਨ ਪੇਸ਼ ਹੋਣ ਦੀ ਜ਼ਰੂਰਤ ਨਹੀਂ, ਪਰ ਫਿਰ ਵੀ ਜੇਕਰ ਕੋਰਟ ਦੇ ਵਿੱਚ ਇਹਨਾਂ ਲੋਕਾਂ ਦੀ ਹਾਜ਼ਰੀ ਜ਼ਰੂਰੀ ਹੋਵੇ ਜਾਂ ਇਹਨਾਂ ਦੀ ਸਟੇਟਮੈਂਟ ਦੀ ਜ਼ਰੂਰਤ ਹੋਵੇ ਤਾਂ ਕੀ ਹੁੰਦਾ ਹੈ, ਤਾਂ ਕਿ ਕਮਿਸ਼ਨ ਬਿਠਾ ਦਿੱਤਾ ਜਾਂਦਾ ਕੋਰਟ ਵੱਲੋਂ, ਕਮਿਸ਼ਨ ਨਿਯੁਕਤ ਕਰ ਦਿੱਤਾ ਜਾਂਦਾ ਹੈ। ਜਿਹੜਾ ਕਮਿਸ਼ਨ ਹੁੰਦਾ ਉਹ ਵਨ ਮੈਨ ਦਾ ਜਿਹੜਾ ਜਾਂ 2 ਮੈਨ ਦਾ ਕਮਿਸ਼ਨ, ਇਹਦੇ ਬਾਰੇ ਨਹੀਂ ਲਿਖਿਆ ਹੈਗਾ। ਕੰਸੀਕੁਐਂਟਲੀ ਨੈਸੈਸਰੀ ਟੂ ਐਗਜ਼ਾਮਿਨ ਹਿਮ ਬਾਈ ਕਮਿਸ਼ਨ, ਹੀ ਸ਼ੈਲ ਪੇ the cost of that commission unless the party requiring his evidence pay such cost। इनके कमीशन नियुक्त करके जी स्टेटमेंट है इस व्यक्ति की जो उपर दर्शाए गए हैं उन्होंने परसनस की जी हैगी है कमीशन जाके स्टेटमेंट लेके आ सकता है जी कोर्ट में वो सबमिट करेगा। नेक्स्ट है सेक्शन 134, अरेस्ट अदर दैन इन एग्जीक्यूशन ऑफ ए डिग्री। डिग्री की एग्जीक्यूशन तो इलावा किसी को अरेस्ट करना, जो डिग्री एग्जीक्यूट करते हैं ਤਾਂ ਕੀ ਹੁੰਦਾ ਜਿਹੜੀ ਤੇ ਭੱਜਣ ਦਾ ਖਤਰਾ ਹੁੰਦਾ ਹੈ। ਡਿਗਰੀ ਹੋਲਡਰ ਕਈ ਵਾਰੀ ਕਹਿ ਦਿੰਦਾ ਵੀ ਇਹ ਤਾਂ ਜੀ ਇਹਨੇ ਤਾਂ ਮੈਨੂੰ ਪਤਾ ਲੱਗਿਆ ਕਿਸੇ ਸੋਰਸਸ ਤੋਂ ਵੀ ਤਾਂ ਫੋਰਨ ਕੰਟਰੀ ਭੱਜ ਕੇ ਜਾ ਰਿਹਾ ਹੈ, ਜਿਹੜਾ ਜੀਡੀ ਹੈਗਾ ਤਾਂ ਕਿ ਪੈਸੇ ਨਾ ਦੇਣੇ ਪੈਣ, ਤਾਂ ਉਹਨਾਂ ਕੇਸਾਂ ਦੇ ਵਿੱਚ ਜਿਹੜੀ ਕੋਰਟ ਹੁੰਦੀ ਹੈ ਉਹਦੀ ਅਰੈਸਟ ਵਾਰੰਟ ਜਾਰੀ ਕਰ ਦਿੰਦੀ ਹੈ ਤਾਂ ਕਿ ਇਹ ਦੌੜ ਨਾ ਜਾਵੇ। ਪਰ ਇੱਥੇ ਆ ਕੇ 135 'ਚ ਕਿਹਾ ਗਿਆ ਐਗਜ਼ੈਂਪਸ਼ਨ ਫਰੋਮ ਅਰੈਸਟ ਅੰਡਰ ਸਿਵਲ ਪ੍ਰੋਸੈਸ, ਨਹੀਂ ਸੌਰੀ 134 ਅਰੈਸਟ ਅਦਰ ਦੈਨ ਇਨ ਐਗਜੀਕਿਊਸ਼ਨ ਆਫ ਏ ਡਿਗਰੀ। ਡਿਗਰੀ ਤੋਂ ਇਲਾਵਾ ਹੋਰ ਕੁਝ ਕੇਸ ਵੀ ਇਹਦੇ ਹੈਗੇ ਆ। ਦ ਪ੍ਰੋਵੀਜ਼ਨਸ ਆਫ ਸੈਕਸ਼ਨ 55, 57, 59। 55 'ਚ ਕੀ ਕੀਤਾ ਗਿਆ ਸੀਗਾ, ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਨ ਲਈ ਜਾਣਾ ਹੈ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਛਿਪਣ ਤੋਂ ਬਾਅਦ ਉਹਦੇ ਘਰ 'ਚ ਐਂਟਰ ਨਹੀਂ ਕੀਤਾ ਜਾ ਸਕਦਾ, ਬਾਹਰਲਾ ਦਰਵਾਜ਼ਾ ਤੋੜਿਆ ਨਹੀਂ ਜਾ ਸਕਦਾ, ਕੋਈ ਵੂਮਨ ਬੈਠੀ ਹੋਵੇ ਅੰਦਰ, ਠੀਕ ਹੈ, ਉਹਨੂੰ ਵਾਰਨਿੰਗ ਦਿੱਤੇ ਬਗੈਰ ਅੰਦਰ ਨਹੀਂ ਘੁਸਿਆ ਜਾ ਸਕਦਾ। ਇੱਦਾਂ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਅਸੀਂ ਪੜ੍ਹੀਆਂ ਸੀਗੀਆਂ ਸੈਕਸ਼ਨ 57, 55, 57, 59 'ਚ ਦਿੱਤੀਆਂ ਗਈਆਂ ਸੀ ਸਾਰੀਆਂ। ਜਦੋਂ ਵੀ ਕਿਸੇ ਨੂੰ ਅਰੈਸਟ ਕਰਨਾ ਹੈਗਾ ਤਾਂ ਇਹ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਸ਼ੈਲ ਅਪਲਾਈ ਸੋ ਫਾਰ ਐਜ਼ ਮੇ ਬੀ ਆਲ ਦਾ ਪਰਸਨ ਅਰੈਸਟਡ। CPC ਦੇ ਅਧੀਨ ਜਦੋਂ ਵੀ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਹੈਗਾ ਤਾਂ ਜਿਹੜੀਆਂ 55, 57, 59 ਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ ਅਰੈਸਟ ਕਰਨ ਦੇ ਲਈ ਕੀ ਇਤਿਹਾਦ ਵਰਤਣੇ ਚਾਹੀਦੇ ਹੁੰਦੇ ਆ ਉਹ ਵਰਤੇ ਜਾਣਗੇ। नेक्स्ट है सेक्शन 135, एग्जम्पशंस फ्रॉम अरेस्ट अंडर सिविल प्रोसेस। एग्जम्पशन भी किनू होर दित्ती गई है, ऊपर तो आप पढ़ के गया एग्जम्पशन फ्रॉम द पर्सनल अपीयरेंस जो सेक्शन 133 पढ़िया सीगा, ठीक है। 134 च हैगा अरेस्ट सिविल प्रोसीजर दे विच एग्जीक्यूशन तो इलावा होर अरेस्ट भी की जा सकती है। फिर है 135 दे एग्जम्पशंस फ्रॉम अरेस्ट अंडर सिविल प्रोसेस। सिविल प्रोसेस दे विच देखो क्रिमिनल ते सिविल का फर्क हैगा।
ਸਿਵਲ ਪ੍ਰੋਸੈਸ ਦੇ ਵਿੱਚ ਕਿਹੜੇ ਕਿਹੜੇ ਹੋਰ ਵਿਅਕਤੀ ਨੂੰ ਅਰੈਸਟ ਕਰਨ ਤੋਂ ਐਗਜ਼ੈਂਪਸ਼ਨ ਦਿੱਤੀ ਗਈ ਹੈ? ਨੋ ਜੱਜ। ਸਬਸੈਕਸ਼ਨ 1 ਦੇ ਵਿੱਚ ਜੱਜਸ, ਮੈਜਿਸਟ੍ਰੇਟਸ ਔਰ ਅਦਰ ਜੁਡੀਸ਼ੀਅਲ ਆਫੀਸਰਸ ਸ਼ੈਲ ਬੀ ਲਾਇਬਲ ਟੂ ਅਰੈਸਟ ਅੰਡਰ ਸਿਵਲ ਪ੍ਰੋਸੈਸ ਵਾਈਲ no judge, no magistrate or no judicial officer shall be liable to arrest under civil process while going to presiding in or returning from the court। ਜਦੋਂ ਆਪਦੀ ਕੋਰਟ ਵਿੱਚ ਜਾ ਰਹੇ ਹੋਣ ਜਾਂ ਕੋਰਟ ਦੇ ਵਿੱਚ ਕੋਰਟ ਕਰ ਰਹੇ ਹੋਣ ਜਾਂ ਕੋਰਟ ਤੋਂ ਆਪਦੇ ਘਰ ਜਾ ਰਹੇ ਹੋਣ। 3 ਪੁਆਇੰਟ ਨੇ ਇਹਦੇ ਵਿੱਚ। ਜਦੋਂ ਆਪਣੇ ਘਰ ਤੋਂ ਕੋਰਟ ਦੇ ਵਿੱਚ ਐਂਟਰ ਕਰ ਜਾ ਰਹੇ ਹੋਣ ਰਸਤੇ ਦੇ ਵਿੱਚੋਂ ਜਾਂ ਕੋਰਟ ਦੇ ਵਿੱਚ ਐਜ ਏ ਜੱਜ ਪ੍ਰੈਜ਼ਾਈਡਿੰਗ ਕਰ ਰਹੇ ਹੋਣ ਕੋਰਟ ਨੂੰ ਜਾਂ ਫਿਰ ਕੋਰਟ ਦੇ ਵਿੱਚੋਂ ਘਰ ਜਾ ਰਹੇ ਹੋਣ। ਇਹਨਾਂ 3 ਪੁਆਇੰਟਾਂ ਤੇ ਜਿਹੜਾ ਜੱਜ ਹੈਗਾ ਉਸ ਨੂੰ ਜੱਜ ਹੋਵੇ ਚਾਹੇ ਮੈਜਿਸਟ੍ਰੇਟ ਹੋਵੇ ਚਾਹੇ ਕੋਈ ਜੁਡੀਸ਼ੀਅਲ ਆਫੀਸਰ ਹੋਵੇ ਉਹਨੂੰ ਸਿਵਲ ਪ੍ਰੋਸੈਸ ਦੇ ਵਿੱਚ ਜਿਹੜਾ ਹੈਗਾ ਅਰੈਸਟ ਨਹੀਂ ਕੀਤਾ ਜਾ ਸਕਦਾ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ? ਪੈਂਡਿੰਗ ਬਿਫੋਰ ਏ ਟ੍ਰਿਬਿਊਨਲ। ਜਦੋਂ ਕਿਸੇ ਟ੍ਰਿਬਿਊਨਲ ਦੇ ਵਿੱਚ ਕੋਈ ਮੁਕੱਦਮਾ ਪੈਂਡਿੰਗ ਹੋਵੇ, ਟ੍ਰਿਬਿਊਨਲ ਦੇ ਵਿੱਚ ਕੋਰਟ ਦੇ ਵਿੱਚ ਨਹੀਂ ਟ੍ਰਿਬਿਊਨਲ 'ਚ ਪੈਂਡਿੰਗ ਹੋਵੇ। ਹੈਵਿੰਗ ਜੁਰਿਸਡਿਕਸ਼ਨ, ਕਿਸੇ ਟ੍ਰਿਬਿਊਨਲ ਨੂੰ ਅਧਿਕਾਰ ਹੋਵੇ ਕਿਸੇ ਕੇਸ ਨੂੰ ਸੁਣਨ ਦਾ, ਠੀਕ ਹੈ। ਤਾਂ ਜਿਹੜੀਆਂ ਟ੍ਰਿਬਿਊਨਲ 'ਚ ਪਾਰਟੀਆਂ ਜਿਹੜੀਆਂ 2 ਪਾਰਟੀਆਂ ਹੁੰਦੀਆਂ ਨੇ, 2 ਪਾਰਟੀਆਂ ਜਦੋਂ ਜਾਂਦੀਆਂ ਕੋਰਟ ਦੇ ਵਿੱਚ, ਕੋਰਟ ਜਿਹੜੀ ਟ੍ਰਿਬਿਊਨਲ ਦੇ ਅੱਗੇ ਪੇਸ਼ ਹੁੰਦੀਆਂ ਨੇ ਜਾਂ ਉਹਨਾਂ ਦੇ ਵਕੀਲ ਪੇਸ਼ ਹੁੰਦੇ ਜਾਂ ਉਹਨਾਂ ਦੇ ਕੋਈ ਮੁਖਤਿਆਰ ਪੇਸ਼ ਹੁੰਦੇ ਨੇ ਜਾਂ ਰੈਵਨਿਊ ਏਜੰਟ ਪੇਸ਼ ਹੁੰਦੇ ਨੇ ਜਾਂ ਉਹਨਾਂ ਦੇ ਕੋਈ ਏਜੰਟ ਹੈਗੇ ਆ ਉਹ ਪੇਸ਼ ਹੁੰਦੇ ਨੇ ਜਾਂ ਕੋਈ ਵਿਟਨੈਸ ਹੈਗੇ ਆ ਉਹ ਪੇਸ਼ ਹੁੰਦੇ ਆ, ਉਹਨਾਂ ਨੂੰ ਵੀ ਐਕਟਿੰਗ ਇਨ ਓਬੀਡੀਐਂਸ ਟੂ ਸਮਨ ਸ਼ੈਲ ਬੀ ਐਗਜ਼ੈਂਪਟ ਫਰੋਮ ਦਾ ਅਰੈਸਟ। ਉਹਨਾਂ ਨੂੰ ਵੀ ਜਿਹੜਾ ਹੈਗਾ ਅਰੈਸਟ ਜਿਹੜਾ ਨਹੀਂ ਕੀਤਾ ਜਾ ਸਕਦਾ। ਕਦੋਂ? ਸਿਵਲ ਪ੍ਰੋਸੈਸ ਦੇ ਵਿੱਚ, ਜਦੋਂ ਉਹ ਮਤਲਬ ਕਿ ਅਟੈਂਡ ਕਰਨ ਜਾ ਰਹੇ ਹੋਣ ਕੋਰਟ ਵਾਈਲ ਗੋਇੰਗ ਟੂ ਅਟੈਂਡਿੰਗ ਸਚ ਟ੍ਰਿਬਿਊਨਲ ਫਾਰ ਦਾ ਪਰਪਸ ਆਫ ਸਚ ਮੈਟਰ ਐਂਡ ਵਾਈਲ ਰਿਟਰਨਿੰਗ ਫਰੋਮ ਸਚ ਟ੍ਰਿਬਿਊਨਲ। ਉਹੀ 3 ਗੱਲਾਂ, ਜਦੋਂ ਉਹ ਟ੍ਰਿਬਿਊਨਲ ਦੇ ਅੱਗੇ ਪੇਸ਼ ਹੋਣ ਲਈ ਜਾ ਰਹੇ ਹੋਣ ਜਾਂ ਜਦੋਂ ਉਹ ਟ੍ਰਿਬਿਊਨਲ ਦੇ ਅੱਗੇ ਪੇਸ਼ ਹੋਏ ਹੋਣ ਜਾਂ ਟ੍ਰਿਬਿਊਨਲ ਤੋਂ ਪੇਸ਼ ਹੋ ਕੇ ਆਪਦਾ ਪੱਖ ਰੱਖ ਕੇ ਉਸ ਤੋਂ ਬਾਅਦ ਉਹ ਵਾਪਸ ਜਾ ਰਹੇ ਹੋਣ। ਉਹਨਾਂ 3 ਸਟੇਜਾਂ ਤੇ ਕਿਸੇ ਵਿਅਕਤੀ ਨੂੰ ਜਿਹੜੇ ਹੱਥ ਦਰਸਾਏ ਗਏ ਨੇ, ਪਾਰਟੀਆਂ ਹੋਣ ਚਾਹੇ ਉਹਨਾਂ ਦੇ ਵਕੀਲ ਹੋਣ ਜਾਂ ਉਹਨਾਂ ਦੇ ਏਜੰਟ ਹੋਣ ਜਾਂ ਉਹਨਾਂ ਦੇ ਗਵਾਹ ਹੋਣ, ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਸਿਵਲ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ ਆਪਾਂ। ਨਥਿੰਗ ਇਨ ਸਬਸੈਕਸ਼ਨ 3 'ਚ ਕੀ ਕਿਹਾ ਗਿਆ? ਨਥਿੰਗ ਇਨ ਸਬਸੈਕਸ਼ਨ 2 ਸ਼ੈਲ ਇਨੇਬਲ ਏ ਜੱਜ ਜੇਡੀ ਟੂ ਕਲੇਮ ਐਗਜ਼ੈਂਪਸ਼ਨ। ਜੇ ਕੋਈ ਜੇਡੀ ਕਹੇ, ਜੇਡੀ ਜਜਮੈਂਟ ਡੈਪਟਰ ਕਹੇ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਹੋਵੇ ਪੈਸੇ ਦੇ ਲੈਣ ਦੇਣ ਦੀ, ਵੀ ਇਹਨਾਂ ਉੱਪਰਲੀਆਂ 1 ਐਂਡ 2 ਦੇ ਵਿਚਕਾਰ ਜੇ ਕੋਈ ਐਗਜ਼ੈਂਪਸ਼ਨ ਲੈਣੀ ਚਾਹੁੰਦਾ ਹੋਵੇ ਤਾਂ ਜੇਡੀ ਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਜਾਂਦੀ ਇਸ ਕੇਸ ਦੇ ਵਿੱਚ। ਯਾਨੀ ਕਿ 135 ਦੀ ਜਿਹੜੀ ਹੈਗੀ ਹੈ ਬੈਨੀਫਿਟ ਨਹੀਂ ਲੈ ਸਕਦਾ ਜੇਡੀ। ਨੈਕਸਟ ਹੈ ਸੈਕਸ਼ਨ 135A, ਐਗਜ਼ੈਂਪਸ਼ਨ ਆਫ ਮੈਂਬਰਸ ਆਫ ਦਾ ਲੈਜਿਸਲੇਟਿਵ ਬੋਡੀਜ਼ ਫਰੋਮ ਅਰੈਸਟ ਐਂਡ ਡਿਟੈਂਸ਼ਨ ਅੰਡਰ ਸਿਵਲ ਪ੍ਰੋਸੈਸ। ਸਿਵਲ ਪ੍ਰੋਸੈਸ ਦੇ ਵਿੱਚ ਲੈਜਿਸਲੇਟਿਵ ਬੋਡੀਜ਼ ਦੇ ਜਿਹੜੇ ਮੈਂਬਰ ਨੇ, ਠੀਕ ਹੈ, ਉਹਨਾਂ ਨੂੰ ਵੀ ਅਰੈਸਟ ਨਹੀਂ ਕੀਤਾ ਜਾ ਸਕਦਾ। ਨੋ ਪਰਸਨ ਸ਼ੈਲ ਬੀ ਲਾਇਬਲ ਟੂ ਅਰੈਸਟ ਔਰ ਡਿਟੈਂਸ਼ਨ ਇਨ ਪ੍ਰਿਜ਼ਨ ਅੰਡਰ ਸਿਵਲ ਪ੍ਰੋਸੈਸ ਇਫ ਹੀ ਇਜ਼ ਏ ਮੈਂਬਰ ਆਫ, ਜੇ ਮੈਂਬਰ ਹੋਵੇ ਕਾਹਦਾ ਉਹ, ਜੇ MP ਹੋਵੇ ਜਾਂ MLA ਹੋਵੇ। ਇਹ ਪਾਰਟ ਪੜ੍ਹ ਰਹੇ ਹਾਂ ਅਸੀਂ, ਇਹ ਪਾਰਟ 'ਚ ਇਫ ਹੀ ਇਜ਼ ਏ ਮੈਂਬਰ ਆਫ ਹਾਊਸ ਆਫ ਦਾ ਪਾਰਲੀਮੈਂਟ। ਨੰਬਰ 2 'ਚ ਲੈਜਿਸਲੇਟਿਵ ਅਸੈਂਬਲੀ, ਲੈਜਿਸਲੇਟਿਵ ਕਾਉਂਸਲ ਆਫ ਦਾ ਸਟੇਟ ਯਾਨੀ ਕਿ MLA ਜਾਂ UT ਦੇ ਵਿੱਚ ਹੋਵੇ ਮੈਂਬਰ। ਡਿਊਰਿੰਗ ਦਾ ਕੰਟੀਨਿਊਸ ਆਫ ਐਨੀ ਮੀਟਿੰਗ, ਕਦੋਂ? ਜਦੋਂ ਕੋਈ ਮੀਟਿੰਗ ਚੱਲ ਰਹੀ ਹੋਵੇ ਉਸ ਹਾਊਸ ਦੀ, ਚਾਹੇ ਪਾਰਲੀਮੈਂਟ ਦੀ ਹੋਵੇ ਚਾਹੇ ਵਿਧਾਨ ਸਭਾ ਦੀ ਹੋਵੇ ਚਾਹੇ ਕੌਂਸਲ ਦੀ ਹੋਵੇ, ਜਦੋਂ ਕੋਈ ਮੀਟਿੰਗ ਚੱਲ ਰਹੀ ਹੋਵੇ ਔਰ ਅਸੈਂਬਲੀ, ਉਸ ਮੀਟਿੰਗ ਦੇ ਦੌਰਾਨ ਕਿਸੇ ਵਿਅਕਤੀ ਨੂੰ ਐਸੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਜਿਹੜੇ 3 ਤਰ੍ਹਾਂ ਦੇ ਆਪਾਂ ਦੱਸੇ ਹੈਗੇ ਆ, MP ਹੈ, MLA ਹੈ ਜਾਂ UT ਦਾ ਕੋਈ ਮੈਂਬਰ ਹੈਗਾ, ਉਹਨਾਂ ਨੂੰ ਮੀਟਿੰਗ ਦੌਰਾਨ ਅਰੈਸਟ ਨਹੀਂ ਕੀਤਾ ਜਾ ਸਕਦਾ ਸਿਵਲ ਪ੍ਰੋਸੈਸ ਦੇ ਵਿੱਚ। ਪਾਰਟ B 'ਚ ਕੀ ਕਿਹਾ ਗਿਆ? ਇਫ ਹੀ ਇਜ਼ ਏ ਮੈਂਬਰ ਆਫ ਦਾ ਐਨੀ ਕਮੇਟੀ। ਅੱਗੇ ਕੁਝ ਕਮੇਟੀਆਂ ਵੀ ਬਣੀਆਂ ਹੁੰਦੀਆਂ ਨੇ, ਵਿਧਾਨ ਸਭਾ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ, ਲੋਕ ਸਭਾ ਦੀਆਂ ਕਮੇਟੀਆਂ ਬਣੀਆਂ ਹੋਈਆਂ ਹੁੰਦੀਆਂ ਨੇ। ਉਹਨਾਂ ਕਮੇਟੀ ਨੇ ਅਲੱਗ-ਅਲੱਗ ਵਿਸ਼ਿਆਂ ਤੇ ਉਹਨਾਂ ਨੂੰ ਕੋਈ ਵਿਸ਼ਾ ਦਿੱਤਾ ਜਾਂਦਾ ਵੀ ਤੁਸੀਂ ਇਸ ਵਿਸ਼ੇ ਤੇ ਰਿਪੋਰਟ ਕਰਨੀ ਹੈਗੀ ਹੈ, ਵਿਧਾਨ ਸਭਾ ਨੂੰ ਰਿਪੋਰਟ ਕਰਨੀ ਹੈ ਜਾਂ ਲੋਕ ਸਭਾ ਨੂੰ ਰਿਪੋਰਟ ਕਰਨੀ ਹੈਗੀ ਹੈ, ਠੀਕ ਹੈ। ਕਿਹੜੀਆਂ ਕਮੇਟੀਆਂ? ਜਿਵੇਂ ਆਈਦਰ ਹਾਊਸ ਆਫ ਦਾ ਪਾਰਲੀਮੈਂਟ, ਮੈਂਬਰ ਆਫ ਐਨੀ ਕਮੇਟੀ, ਕੋਈ ਲੋਕ ਸਭਾ ਦੀ ਕਮੇਟੀ ਹੋਵੇ, ਕੋਈ ਵਿਧਾਨ ਸਭਾ ਦੀ ਕਮੇਟੀ ਹੋਵੇ, UT ਦੀ ਹੋਵੇ, ਸਟੇਟ ਦੀ ਹੋਵੇ, ਠੀਕ ਹੈ, ਜਾਂ ਕੌਂਸਲ ਦੀ, ਸਟੇਟ ਕੌਂਸਲ ਦੀ ਕੋਈ ਕਮੇਟੀ ਬਣੇ। ਡਿਊਰਿੰਗ ਦਾ ਕੰਟੀਨਿਊਸ ਆਫ ਐਨੀ ਮੀਟਿੰਗ, ਜਦੋਂ ਉਹਦੀ ਕੋਈ ਕਮੇਟੀ ਦੀ ਮੀਟਿੰਗ ਚੱਲ ਰਹੀ ਹੋਵੇ ਉਸ ਮੀਟਿੰਗ ਦੇ ਦੌਰਾਨ ਕਿਸੇ ਵਿਅਕਤੀ ਨੂੰ ਸਿਵਲ ਪ੍ਰੋਸੈਸ ਦੇ ਵਿੱਚ ਅਰੈਸਟ ਨਹੀਂ ਕੀਤਾ ਜਾ ਸਕਦਾ, ਅਰੈਸਟ ਕਰਕੇ ਜੇਲ੍ਹ ਨਹੀਂ ਭੇਜਿਆ ਜਾ ਸਕਦਾ ਇਹਨਾਂ ਕੇਸਾਂ ਦੇ ਵਿੱਚ।
थर्ड पॉइंट फिर हैगा सी, इफ ही इज ए मैंबर ऑफ आइदर हाउस ऑफ द पार्लीमेंट, जो वो MP है ਜਾਂ MLA है, असेंबली और कौंसल, ਲੈਜਿਸਲੇਟਿਵ ਅਸੈਂਬਲੀ ਔਰ ਕੌਂਸਲ ਦਾ ਮੈਂਬਰ ਹੈਗਾ ਤਾਂ ਕਦੋਂ ਅਰੈਸਟ ਨਹੀਂ ਕੀਤਾ ਜਾ ਸਕਦਾ? ਉੱਪਰ ਤਾਂ ਆਪਾਂ ਗੱਲ ਕਰੀ ਸੀ ਜਦੋਂ ਮੀਟਿੰਗਾਂ ਦੇ ਵਿੱਚ ਹੋਵੇ। ਫਿਰ ਸੀ ਪੁਆਇੰਟ ਕੀ ਕਿਹਾ? ਡਿਊਰਿੰਗ ਦ ਕੰਟੀਨਿਊਸ ਆਫ ਅ ਜੁਆਇੰਟ ਸਿਟਿੰਗ, during the continuance of a joint sitting, meeting, conference or joint committee of the House of the Parliament or House of the State Legislative as the case may be, and during the 40 days before and after such meeting। मतलब ये मीटिंग ਦੇ ਦੌਰਾਨ ਜਾਂ ਮੀਟਿੰਗ ਤੋਂ ਪਹਿਲਾਂ 40 days ਜਾਂ ਮੀਟਿੰਗ ਤੋਂ ਬਾਅਦ 40 days, and during the 40 days before and after such meeting, sitting or conference, ਜਦੋਂ ਇਹ ਮੀਟਿੰਗ ਚੱਲਦੀ ਪਈ ਹੈ 40 ਦਿਨ ਅੱਗੇ ਤੇ ਪਿੱਛੇ ਵੀ ਉਸ ਵਿਅਕਤੀ ਨੂੰ ਸਿਵਲ ਪ੍ਰਿਜ਼ਨ ਦੇ ਵਿੱਚ ਜਿਹੜਾ ਹੈਗਾ ਨਹੀਂ ਭੇਜਿਆ ਜਾ ਸਕਦਾ। ਫਿਰ ਸਬਸੈਕਸ਼ਨ 2 ਚ ਕੀ ਕਿਹਾ ਹੈਗਾ? A person released from detention under subsection 1, subsection 1 ਦੇ ਵਿੱਚ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਸੀਗਾ। A person released from detention under subsection 1 shall subject to the provisions of the said be liable to re-arrest। ਜੇ ਕਿਸੇ ਨੂੰ ਇੱਕ ਵਾਰੀ ਛੱਡ ਦਿੱਤਾ, ਕੋਈ ਮੀਟਿੰਗ ਅਟੈਂਡ ਕਰਨ ਲਈ ਛੱਡ ਦਿੱਤਾ, ਮੰਨ ਲਓ ਕਿਸੇ ਵਿਅਕਤੀ ਨੂੰ ਸਿਵਲ ਪ੍ਰੋਸੈਸ 'ਚ ਅਰੈਸਟ ਕੀਤਾ ਸੀਗਾ, ਕਿਸੇ ਮੀਟਿੰਗ ਦੌਰਾਨ ਬਸ ਕੋਈ ਮੀਟਿੰਗ ਸੀਗੀ, ਮੀਟਿੰਗ ਦੇ ਕਰਕੇ ਉਸ ਨੂੰ ਛੱਡਣਾ ਪਿਆ, ਠੀਕ ਹੈ, ਤਾਂ be liable to be re-arrest, ਉਹਨੂੰ ਦੁਬਾਰਾ ਵੀ ਅਰੈਸਟ ਕੀਤਾ ਜਾ ਸਕਦਾ ਹੈ। and further detention which he would be have been liable, he had not been released under the provision of subsection 1। ਉਹਨੂੰ ਜੇ ਅਰੈਸਟ ਕਰਕੇ ਇੱਕ ਵਾਰੀ ਛੱਡਣਾ ਪੈ ਗਿਆ ਕਿਸੇ ਮੀਟਿੰਗ ਅਟੈਂਡ ਕਰਨ ਦੀ ਖਾਤਰ, ਤਾਂ ਦੁਬਾਰਾ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ। then section 136, procedure where person to be arrested or property to be attached is outside district। ਦੇਖੋ ਜਿੱਥੇ ਤੱਕ ਕੋਰਟ ਦੀ ਆਪਣੀ ਜੁਰਿਸਡਿਕਸ਼ਨ ਹੁੰਦੀ ਹੈ ਉੱਥੇ ਤੱਕ ਕੋਰਟ ਆਪਦਾ ਵਾਰੰਟ ਅਟੈਚਮੈਂਟ ਜਾਰੀ, ਵਾਰੰਟ ਆਫ ਅਰੈਸਟ ਜਾਰੀ ਕਰ ਦਿੰਦੀ ਹੈ, ਵਾਰੰਟ ਆਫ ਅਟੈਚਮੈਂਟ ਜਾਰੀ ਕਰ ਦਿੰਦੀ ਹੈ, ऑप्शन का वारंट जारी कर दी है। पर इतने गल की गई है 136 पैरे दे सैक्शन दे जिथे किते प्रॉपर्टी या परसन उस डिस्ट्रिक्ट की कोर्ट दे विचों किते बाहर रहिंदा, किते किसी होर कोर्ट के अधीन खेतर रहिंदा है, अधिकार खेतर विच रहिंदा है, तां की प्रोसैस होएगा? तां जिहड़ी कोर्ट ने किसी व्यक्ति को अरैसट करना है या किसी की प्रॉपर्टी अटैच करनी है, ठीक है, अटैच करके बोली करनी है, तां ओह वारंट वगैरह जिहड़े हैगे ने, चाहे ओह अटैचमेंट दे वारंट ने, चाहे ओह अरैसट वारंट ने, तां उस कोर्ट जिथे ओह व्यक्ति रह रहा हैगा किसी होर डिस्ट्रिक्ट दे विच ਉਹ ਡਿਸਟ੍ਰਿਕਟ ਕੋਰਟ ਨੂੰ ਭੇਜੇ ਜਾਣਗੇ। ਡਿਸਟ੍ਰਿਕਟ ਕੋਰਟ ਅੱਗੇ ਫਰਦਰ ਜਿਹੜੀ ਉਹਦੀ ਕੋਈ ਸਬਆਰਡੀਨੇਟ ਕੋਰਟ ਹੈਗੀ ਹੈ ਜਿੱਥੇ ਉਸ ਵਿਅਕਤੀ ਦਾ ਐਡਰੈਸ ਹੈਗਾ ਉਸ ਕੋਰਟ ਨੂੰ ਭੇਜੇਗੀ, ਠੀਕ ਹੈ। ਦੈਨ ਉਸ ਕੋਰਟ ਵੱਲੋਂ ਜਿਹੜੀ ਵੀ ਕਾਰਵਾਈ ਕੀਤੀ ਜਾਣੀ ਹੈ ਉਹ ਕਾਰਵਾਈ ਕਰਨ ਉਪਰੰਤ ਤੇ ਜਿਹੜਾ ਹੈਗਾ ਵਾਰੰਟ ਹੈਗਾ ਉਹ ਜਿਹੜਾ ਵਿਅਕਤੀ ਹੈਗਾ ਜਿਹਨੂੰ ਅਰੈਸਟ ਕੀਤਾ ਹੈ ਤਾਂ ਉਹ ਅਰੈਸਟ ਕਰਨ ਤੋਂ ਉਪਰੰਤ ਉਸ ਵਿਅਕਤੀ ਨੂੰ ਉਸ ਕੋਰਟ ਦੇ ਵਿੱਚ ਭੇਜਿਆ ਜਾਵੇਗਾ ਜਿਸ ਕੋਰਟ ਨੇ ਵਾਰੰਟ ਜਾਰੀ ਕੀਤਾ ਸੀਗਾ। ਦ ਡਿਸਟ੍ਰਿਕਟ ਕੋਰਟ ਸ਼ੈਲ ਔਨ ਰਿਸੀਟ ਆਫ ਸੱਚ ਕਾਪੀ ਆਫ ਦਾ ਐਂਡ ਅਮਾਊਂਟ ਕਾਜ਼ ਦਾ ਅਰੈਸਟ ਔਰ ਅਟੈਚਮੈਂਟ, ਜੇ ਕੋਈ ਵਿਅਕਤੀ ਨੂੰ ਅਰੈਸਟ ਕਰਨਾ ਹੈ ਤਾਂ ਅਰੈਸਟ ਕੀਤਾ ਜਾਵੇਗਾ, ਜੇ ਕੋਈ ਪ੍ਰੋਪਰਟੀ ਅਟੈਚ ਕਰਨੀ ਹੈ ਤਾਂ ਉਹਦੀ ਪ੍ਰੋਪਰਟੀ ਅਟੈਚ ਕੀਤੀ ਜਾਵੇਗੀ। ਜਿਵੇਂ ਕਿ ਇਹ ਸਮਝਿਆ ਜਾਵੇਗਾ ਵੀ ਉਹਦਾ ਆਪਦੀ ਕੋਰਟ ਦਾ ਅਰੈਸਟ ਵਾਰੰਟ ਹੈਗਾ ਜਾਂ ਆਪਦੀ ਕੋਰਟ ਦੀ ਉਹਦੀ ਕੋਈ ਅਟੈਚਮੈਂਟ ਆਰਡਰ ਹੈਗਾ, ਉਸ ਤਰੀਕੇ ਦੇ ਨਾਲ ਉਸਨੂੰ ਲਾਗੂ ਕੀਤਾ ਜਾਵੇਗਾ। ਇਹ ਕਿਹਾ ਗਿਆ ਦ ਕੋਰਟ ਮੇਕਿੰਗ ਐਨ ਅਰੈਸਟ ਅੰਡਰ ਦਿਸ ਸੈਕਸ਼ਨ ਸ਼ੈਲ ਸੈਂਡ ਦਾ ਪਰਸਨ, ਜੇ ਅਰੈਸਟ ਕਰ ਲਿਆ ਬੰਦੇ ਨੂੰ ਤਾਂ ਉਸ ਕੋਰਟ ਭੇਜ ਦਿੱਤਾ ਜਾਵੇਗਾ। ਜੇ ਪ੍ਰੋਪਰਟੀ ਅਟੈਚ ਕਰ ਲਈ, ਠੀਕ ਹੈ, ਤਾਂ ਅਟੈਚ ਕਰਨ ਦੇ ਜਿਹੜੇ ਆਰਡਰ ਨੇ, ਕਾਰਵਾਈ ਹੈਗੀ ਹੈ ਸਾਰੀ ਉਸ ਕੋਰਟ ਨੂੰ ਭੇਜ ਦਿੱਤੀ ਜਾਂਦੀ ਹੈ। ਪਰ ਜੇਕਰ ਉਹ ਵਿਅਕਤੀ ਜਿਹੜਾ ਹੈਗਾ ਪਰਸਨ ਜੇ ਕੋਈ ਡਿਗਰੀ ਪਾਸ ਹੋਈ ਵੀ ਹੈ, ਕਿਸੇ ਲੈਣ ਦੇਣ ਦੀ ਡਿਗਰੀ ਪਾਸ ਹੋਈ ਵੀ ਹੈ, ਠੀਕ ਹੈ, ਅਟੈਚਮੈਂਟ ਵਾਰੰਟ ਜਾਰੀ ਕੀਤੇ ਗਏ ਨੇ, ਤਾਂ ਉਸ ਉਹਨੇ ਜਿਹੜੀ ਅਮਾਊਂਟ ਹੈਗੀ ਹੈ ਜੋ ਕੋਰਟ ਜਮ੍ਹਾਂ ਕਰਵਾ ਦਿੰਦਾ ਹੈ ਤਾਂ ਪੇਮੈਂਟ ਰਿਸੀਵ ਕਰਕੇ ਜਿਹੜੀ ਹੈਗੀ ਉਹ ਪੇਮੈਂਟ ਹੈ ਉਹ ਕੰਸਰਨ ਜਿਹੜੀ ਕੋਰਟ ਹੈਗੀ ਉਸ ਨੂੰ ਭੇਜ ਦਿੱਤੀ ਜਾਂਦੀ ਹੈ ਤੇ ਉਸ ਵਿਅਕਤੀ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤੇ ਪ੍ਰੋਪਰਟੀ ਅਟੈਚ ਨਹੀਂ ਕੀਤੀ ਜਾਂਦੀ। नेक्स्ट आगा सेक्शन 137 लैंग्वेज ऑफ द सबऑर्डिनेट कोर्ट्स। लैंग्वेज की गल की गई है। लैंग्वेज आम तौर पर जी हाई कोर्ट की लैंग्वेज होंगी है वही लैंग्वेज होंगे ने, उसकी जी स्टेट हैगी है स्टेट की जी लैंग्वेज होंगी है वो वरती जाती है। आम तौर पर इंग्लिश की लैंग्वेज की गल की गई है। सच राइटिंग मे बी इन इंग्लिश बट इफ एनी पार्टी और हिज रीडर इज अनअक्वेंटेड विद इंग्लिश इट ट्रांसलेशन इनटू द लैंग्वेज ऑफ द कोर्ट शैल एट हिज रिक्वेस्ट ਵੀ ਸਪਲਾਈ ਟੂ ਦਾ ਹਿਮ। ਜੇਕਰ ਇੰਗਲਿਸ਼ ਦੀ ਕੋਈ ਪਾਰਟੀ ਕਹਿੰਦੇ ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਤਾਂ ਉਹਦੀ ਜਿਹੜੀ ਟ੍ਰਾਂਸਲੇਸ਼ਨ ਕਾਪੀ ਹੈਗੀ ਉਹਦੀ ਰਿਕਵੈਸਟ ਦੇ ਉੱਪਰ ਜਿਹੜੀ ਹੈ ਉਹ ਤੋਂ ਪੇਮੈਂਟ ਲੈ ਕੇ ਉਹਨੂੰ ਦਿੱਤੀ ਜਾ ਸਕਦੀ ਹੈ।
नेक्स्ट है सेक्शन 138 पावर ऑफ द हाई कोर्ट्स टू रिक्वायर एविडेंस टू बी रिकॉर्डेड इन इंग्लिश। ਕਿਸੇ ਵੀ ਸਟੇਜ ਤੇ ਜਿਹੜੀ ਹਾਈ ਕੋਰਟ ਹੈਗੀ ਹੈ ਕਿਸੇ ਕੋਰਟ ਨੂੰ ਸਬਆਰਡੀਨੇਟ ਕੋਰਟ ਨੂੰ ਜਾਂ ਆਰਡਰ ਕਰ ਸਕਦੀ ਹੈ ਵੀ ਜਿਹੜੀ ਇਹ ਤੁਸੀਂ ਐਵੀਡੈਂਸ ਲੈਣੀ ਹੈ ਤਾਂ ਕਿ ਉਸ ਤੋਂ ਬਾਅਦ ਮੇਰੇ ਕੋਲ ਕੇਸ ਜੇ ਸਾਡੇ ਕੋਲੇ ਆ ਰਿਹਾ ਹੈਗਾ ਅਪੀਲ ਦੇ ਵਿੱਚ ਤਾਂ ਜਿਹੜੀ ਇਹਦੀ ਐਵੀਡੈਂਸ ਲੈਣੀ ਹੈ ਇਸ ਕੇਸ ਦੀ ਤਾਂ ਉਹ ਇੰਗਲਿਸ਼ ਵਿੱਚ ਹੋਣੀ ਚਾਹੀਦੀ ਹੈਗੀ ਹੈ। ਦਾ ਹਾਈ ਕੋਰਟ may by notification in the official gazette direct with respect to any judge ਕਿਸੇ ਜੱਜ ਨੂੰ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ specified in the notification or falling under a description set forth therein that evidence in cases in which an appeal is allowed ਕੋਈ ਅਪੀਲ ਫਾਈਲ ਹੋ ਚੁੱਕੀ ਹੈ ਕਿਸੇ ਹਾਈ ਕੋਰਟ ਦੇ ਵਿੱਚ ਫਿਰ ਵੀ ਉਹਦੇ ਉਸ ਅਪੀਲ ਦੇ ਸੰਬੰਧੀ ਕੋਈ ਸਟੇਟਮੈਂਟ ਲੈਣੀ ਬਣਦੀ ਹੈ ਕਿਸੇ ਸਿਵਲ ਕੋਰਟ ਥੱਲੇ ਲੋਅਰ ਕੋਰਟ ਵੱਲੋਂ ਹਾਈ ਕੋਰਟ ਉਸ ਨੂੰ ਕਹਿ ਸਕਦੀ ਵੀ ਜਿਹੜੀ ਇਹ ਤੁਸੀਂ ਐਵੀਡੈਂਸ ਲੈਣੀ ਹੈਗੀ ਹੈ ਐਵੀਡੈਂਸ ਇੰਗਲਿਸ਼ ਵਿੱਚ ਲੈਣੀ ਹੈ ਇੰਗਲਿਸ਼ ਲੈਂਗੁਏਜ ਲੈਣੀ ਹੈਗੀ ਹੈ ਉਹਦੇ ਸੰਬੰਧੀ ਵੀ ਕਹਿੰਦੇ ਨੋਟੀਫਿਕੇਸ਼ਨ ਜਾਰੀ ਕਰਨਾ ਪਏਗਾ। ਆਮ ਤੌਰ ਤੇ ਕੀ ਹੈ ਸਬਸੈਕਸ਼ਨ 2 ਦੇ ਵਿੱਚ ਕਿਹਾ ਗਿਆ ਵੀ ਜਿਹੜੀ ਜਜਮੈਂਟ ਹੈਗੀ ਹੈ ਸਟੇਟਮੈਂਟ ਹੈਗੀ ਹੈ ਐਵੀਡੈਂਸ ਹੈਗੀ ਹੈ ਉਹ ਓਪਨ ਕੋਰਟ ਚਲੀ ਜਾਂਦੀ ਹੈ ਕਿਸੇ ਵਿਅਕਤੀ ਦੀ ਕੋਈ ਵਿਟਨੈਸ ਹੈ ਕੋਈ ਗਵਾਹ ਹੈ ਠੀਕ ਹੈ ਉਹਦੀ ਜੋ ਗਵਾਹੀ ਲਈ ਜਾਂਦੀ ਹੈ ਉਹ ਓਪਨ ਕੋਰਟ ਚਲੀ ਜਾਂਦੀ ਹੈ ਤਾਂ ਕਿ ਕੋਈ ਵੀ ਵਿਅਕਤੀ ਉਹਨੂੰ ਸੁਣ ਸਕਦਾ ਹੋਵੇ ਕਿਹੜਾ ਜਿਹੜਾ ਗਵਾਹ ਕੀ ਕਹਿ ਰਿਹਾ ਹੈਗਾ। ਪਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਜੇਕਰ ਜੱਜ ਨੂੰ ਰੋਕਿਆ ਜਾਂਦਾ ਵੀ ਤੁਸੀਂ ਓਪਨ ਕੋਰਟ ਦੇ ਵਿੱਚ ਨਹੀਂ ਲੈਣਾ ਜਿਵੇਂ ਮੈਟਰੀਮੋਨੀਅਲ ਕੇਸਿਸ ਹੁੰਦੇ ਆ ਠੀਕ ਹੈ ਕੋਈ ਰੇਪ ਦੇ ਕੇਸਿਸ ਹੁੰਦੇ ਆ ਪਰ ਰੇਪ ਤਾਂ ਇਸ ਵਿੱਚ ਨਹੀਂ ਆਉਂਦਾ ਹੈਗਾ ਇੱਦਾਂ ਦੇ ਕੁਝ ਕੇਸਿਸ ਹੁੰਦੇ ਆ ਜਿਹਦੇ ਵਿੱਚ ਕੋਰਟ ਨੂੰ ਰੋਕਿਆ ਜਾਂਦਾ ਵੀ ਤੁਸੀਂ ਉਹ ਜਿਹੜੀ ਐਵੀਡੈਂਸ ਲੈਣੀ ਹੈ ਸਟੇਟਮੈਂਟ ਲੈਣੀ ਹੈ ਓਪਨ ਕੋਰਟ 'ਚ ਨਹੀਂ ਲੈਣੀ ਉਹਨਾਂ ਕੇਸਾਂ ਨੂੰ ਛੱਡ ਕੇ ਬਾਕੀ ਜਿਹੜੀ ਸਟੇਟਮੈਂਟ ਲਈ ਜਾਂਦੀ ਹੈ ਕਿਸੇ ਦੀ ਐਵੀਡੈਂਸ ਲਈ ਜਾਂਦੀ ਹੈ ਉਹ ਓਪਨ ਕੋਰਟ ਦੇ ਵਿੱਚ ਐਵੀਡੈਂਸ ਟੂ ਬੀ ਟੇਕਨ ਡਾਊਨ ਇਨ ਰਾਈਟਿੰਗ ਫਰੋਮ ਹਿਸ ਡਿਕਟੇਸ਼ਨ ਲਿਖਤੀ ਤੌਰ ਤੇ ਕਿਹਾ ਗਿਆ ਪਰ ਅੱਜ ਕੱਲ੍ਹ ਤਾਂ ਹੁਣ ਟਾਈਪਰਾਈਟਰ ਯੂਜ਼ ਹੁੰਦੇ ਆ ਠੀਕ ਹੈ ਓਪਨ ਕੋਰਟ ਚਲੀ ਜਾਂਦੀ ਹੈ। ਦੈਨ ਹੈਗਾ 139 oath on affidavit by whom to be administered ਜਿਹੜੇ ਹਲਫੇ ਬਿਆਨ ਹੁੰਦੇ ਆ ਹਲਫੇ ਵਿੱਚ ਓਥ ਲਈ ਜਾਂਦੀ ਹੈ ਦਾ ਕੰਟੈਂਟਸ ਜਿਵੇਂ ਨੀਚੇ ਆਪਾਂ ਜਾ ਕੇ ਦੇਖਦੇ ਹਾਂ ਇੱਕ ਪੈਰਾ ਹੋਰ ਐਡ ਕੀਤਾ ਜਾਂਦਾ ਹੈ ਦਾ ਕੰਟੈਂਟਸ ਆਫ ਦਾ ਅਬਵ ਐਫੀਡੇਵਿਟ ਫਰੋਮ ਪੈਰਾ ਨੰਬਰ 1 to 10 ਜਿੰਨੇ ਵੀ ਹੈਗੇ ਆਰ ਕਰੈਕਟ ਟੂ ਦਾ ਬੈਸਟ ਆਫ ਮਾਈ ਨੌਲੇਜ ਐਂਡ ਨਥਿੰਗ ਹੈਜ਼ ਬੀਨ ਕੰਸੀਲਡ ਦੇਅਰ ਇਨ ਠੀਕ ਹੈ ਇਹ ਸਹੁੰ ਖਾ ਕੇ ਬੰਦਾ ਕਹਿੰਦਾ ਹੈਗਾ ਜਿਹਦੀ ਥੱਲੇ ਵੈਰੀਫਿਕੇਸ਼ਨ ਲੱਗਦੀ ਹੈ ਕਿਸੇ ਹਲਫੇ ਬਿਆਨ ਦੇ ਵਿੱਚ ਇਹਨੂੰ ਕੌਣ ਬੰਦਾ ਜਿਹੜਾ ਹੈਗਾ ਅਟੈਸਟ ਕਰ ਸਕਦਾ ਕਿਸੇ ਦੀ ਓਥ ਨੂੰ ਇਹ ਕਿਹਾ ਗਿਆ ਇਸ ਤੱਕ ਸੈਕਸ਼ਨ 139 ਦੇ ਵਿੱਚ ਕੋਈ ਵਿਅਕਤੀ ਹਲਫੇ ਬਿਆਨ ਦੇ ਵਿੱਚ ਜਿਹੜੀ ਓਥ ਹੁੰਦਾ ਹੈਗਾ ਉਹਨੂੰ ਅਟੈਸਟ ਕਰਨ ਦੀ ਪਾਵਰ ਕਿਹਦੇ ਕੋਲੇ ਹੈਗੀ ਹੈ ਠੀਕ ਹੈ। ਆਮ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਜਿਸਟ੍ਰੇਟ ਈਐਮ ਦੇ ਕੋਲੇ ਪਾਵਰ ਹੁੰਦੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਕੋਲੇ ਪਾਵਰ ਹੁੰਦੀ ਹੈ ਨੋਟਰੀ ਪਬਲਿਕ ਕੋਲੇ ਪਾਵਰ ਹੁੰਦੀ ਹੈ ਜਿਹੜੇ ਬੰਦੇ ਹਲਫੇ ਬਿਆਨ ਨੂੰ ਟੈਸਟ ਕਰ ਸਕਦੇ ਆ ਯਾਨੀ ਕਿ ਉਹਨਾਂ ਕੋਲੇ ਇਹ ਜਿਹੜੀ ਪਾਵਰ ਹੈਗੀ ਹੈ ਕਿਸੇ ਦੀ ਓਥ ਨੂੰ ਐਡਮਿਨਿਸਟਰ ਕਰਨ ਦੀ ਯਾਨੀ ਕਿ ਅਟੈਸਟ ਕਰਨ ਦੀ ਜਿਹੜੀ ਪਾਵਰ ਹੁੰਦੀ ਹੈ ਕੋਰਟ ਔਰ ਮੈਜਿਸਟ੍ਰੇਟ any court or magistrate may be judicial magistrate may be executive ठीक है notary appointed by the notary act the high court may appoint in this behalf or any officer appointed by any other court या गवर्नमेंट भी किसी स्पेशल पर्सन ਨੂੰ ਵੀ ਜਿਹੜੀ ਅਪਾਇੰਟ ਕਰ ਸਕਦੀ ਹੈ ਇਸ ਕੰਮ ਦੇ ਲਈ may administer the oath to the deponent ਜਿਹੜਾ ਬੰਦਾ ਹਲਫੇ ਬਿਆਨ ਦੇ ਰਿਹਾ ਹੈ ਜਿਹੜੀ ਉਹਦੀ ਓਥ ਹੈ ਉਸ ਨੂੰ ਅਸੀਂ ਅਟੈਸਟ ਕਰ ਸਕਦੇ ਹਾਂ। ਨੈਕਸਟ ਹੈ ਸੈਕਸ਼ਨ 140 ਅਸੀਂ ਦੇਖ ਰਹੇ ਹਾਂ ਵੀ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਇਹ ਜਿਹੜਾ ਅਸੀਂ ਚੈਪਟਰ ਪੜ੍ਹ ਰਹੇ ਹਾਂ ਇਸੇ ਕਰਕੇ ਇਸ ਨੂੰ ਮਿਸਲੇਨੀਅਸ ਦਾ ਨਾਮ ਦਿੱਤਾ ਗਿਆ ਹੈਗਾ ਠੀਕ ਹੈ ਇਹ ਕੰਟੀਨਿਊ ਨਹੀਂ ਹੈਗਾ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਜਿਹੜਾ ਹੈਗਾ ਇਹ ਜਿਹੜਾ ਚੈਪਟਰ ਡੀਲ ਕਰਦਾ ਹੈ। ਹੁਣ ਆ ਗਿਆ ਸੈਕਸ਼ਨ 140 ਕੀ ਹੈ ਅਸੈਸਰਸ ਇਨ ਕਾਜ਼ ਆਫ ਸੈਲਵੇਜ ਐਟਸੈਟਰਾ ਅਸੈਸਰਸ ਕੌਣ ਹੁੰਦੇ ਆ ਜਿਹੜੇ ਅਸੈਸਮੈਂਟ ਕਰਦੇ ਆ ਅਸੈਸਮੈਂਟ ਕਾਦੀ ਕਿਤੇ ਕੋਈ ਲਾਸ ਹੋਇਆ ਕਿਤੇ ਕੋਈ ਨੁਕਸਾਨ ਹੋਇਆ ਕਿਤੇ ਕੋਈ ਬਿਲਡਿੰਗ ਗਿਰ ਗਈ ਢਹਿ ਹੋ ਗਈ ਜਾਂ ਕੋਈ ਸ਼ਿਪ ਸੀਗਾ ਉਹਦਾ ਕੋਈ ਨੁਕਸਾਨ ਹੋ ਗਿਆ ਕੋਈ ਐਕਸੀਡੈਂਟ ਹੋ ਗਿਆ ਠੀਕ ਹੈ ਇੱਦਾਂ ਦੇ ਕੋਈ ਕੇਸ ਕੋਰਟ ਦੇ ਵਿੱਚ ਚੱਲਦਾ ਹੋਵੇ ਇਨ ਐਨੀ ਐਡਮਾਇਰਲਟੀ ਔਰ ਵਾਈਸ ਐਡਮਾਇਰਲਟੀ ਕਾਜ਼ ਆਫ ਸੈਲਵੇਜ ਔਰ ਕੋਲਿਊਜ਼ਨ ਦਾ ਕੋਰਟ ਕੋਈ ਐਕਸੀਡੈਂਟ ਹੋ ਗਿਆ ਜਹਾਜ਼ਾਂ ਦਾ ਸ਼ਿਪਸ ਦਾ ਐਕਸੀਡੈਂਟ ਹੋ ਗਿਆ ਅਜਿਹੇ ਕੇਸਾਂ ਦੇ ਵਿੱਚ ਜਦੋਂ ਕੋਰਟ ਨੂੰ ਜ਼ਰੂਰਤ ਹੁੰਦੀ ਹੈ ਵੀ ਕਿੰਨਾ ਲਾਸ ਹੋਇਆ ਕਿੰਨਾ ਨੁਕਸਾਨ ਹੋਇਆ ਕੋਈ ਅਸੈਸਮੈਂਟ ਕਰਵਾਉਣੀ ਹੈ ਕੋਰਟ ਨੇ ਤਾਂ ਕੋਰਟ ਅਸੈਸਰ ਨਿਯੁਕਤ ਕਰ ਸਕਦੀ ਹੈ
ਕਾਹਦੇ ਲਈ ਅਸੈਸਰ ਕਾਹਦੇ ਲਈ ਹੋਣਗੇ ਅਸੈਸਰ ਕੋਰਟ ਨੂੰ ਅਸਿਸਟ ਕਰਨਗੇ ਕੋਰਟ ਦੀ ਹੈਲਪ ਕਰਨਗੇ ਠੀਕ ਹੈ ਜਿੱਥੇ ਕੋਰਟ ਕਹੇਗੀ ਸਮਨ ਟੂ ਇਟਸ ਅਸਿਸਟੈਂਸ in such manner as it may direct जो court चाहेगी as may be prescribed to competent assessors and such assessors shall attend and assist accordingly assessors ਨੂੰ court ਨੋਟਿਸ ਭੇਜ ਕੇ ਬੁਲਾ ਸਕਦੀ ਹੈ ਸਾਹਮਣੇ ਭੇਜ ਕੇ ਬੁਲਾ ਸਕਦੀ ਹੈ ਤੇ ਜੋ ਡਾਇਰੈਕਸ਼ਨ ਉਹਨੂੰ ਦੇਗੀ ਠੀਕ ਹੈ ਜਿਸ ਕੰਮ ਦੇ ਉਹ ਮਾਹਰ ਹੋਣਗੇ ਉਸ ਕੰਮ ਸੰਬੰਧੀ ਜਿਹੜੀ ਕੋਰਟ ਹੈਗੀ ਹੈ ਆਪਦੀ ਸਹਾਇਤਾ ਵਾਸਤੇ ਆਪਦੀ ਅਸੈਸਮੈਂਟ ਕਰਾਉਣ ਦੇ ਲਈ ਆਪਦੇ ਆਪ ਨੂੰ ਅਸਿਸਟ ਕਰਨ ਦੇ ਲਈ ਜਿਹੜੀ ਸਾਹਮਣੇ ਭੇਜ ਕੇ ਦੋ ਅਸੈਸਰ ਨਿਯੁਕਤ ਕੀਤੀ ਜਾ ਸਕਦੀ ਹੈ ਕੋਈ ਐਕਸੀਡੈਂਟ ਹੋ ਗਿਆ ਕੋਈ ਸ਼ਿਪਸ ਦਾ ਐਕਸੀਡੈਂਟ ਹੋ ਗਿਆ ਤੇ ਕਿੰਨਾ ਲਾਸ ਹੋਇਆ ਉਹਨੂੰ ਚੈੱਕ ਕਰਨ ਦੀ ਖਾਤਰ ਮੌਕਾ ਜਾ ਕੇ ਦੇਖਣ ਦੀ ਖਾਤਰ ਨੈਕਸਟ ਹੈ ਐਵਰੀ ਸੱਚ ਅਸੈਸਰ ਸ਼ੈਲ ਰਿਸੀਵ ਸੱਚ ਫੀ ਫॉर ਹਿਸ ਅਟੈਂਡੈਂਸ ਟੂ ਬੀ ਪੇਡ ਬਾਈ ਸੱਚ ਉਹ ਪਾਰਟੀ ਜਿਹੜੀਆਂ ਪਾਰਟੀਆਂ ਹੋਣਗੀਆਂ ਇਹਨਾਂ ਦਾ ਕੇਸ ਚੱਲਦਾ ਹੋਵੇਗਾ ਜਿਹੜੀ ਉਹਦੀ ਫੀਸ ਹੈਗੀ ਕੋਰਟ ਨੇ ਡਿਕਟ ਕਰਨਾ ਹੈ ਵੀ ਕਿਹੜੀ ਪਾਰਟੀ ਦੇਗੀ ਜਾਂ ਦੋਨੋਂ ਪਾਰਟੀਆਂ ਹਾਫ ਹਾਫ ਦੇਣਗੀਆਂ ਜਾਂ ਇੱਕ ਪਾਰਟੀ ਦੇਗੀ then ਹੈਗਾ one section 141 miscellaneous proceedings the procedure provided in this code in regard to suit shall be followed as far as it can be made applicable in all the proceedings in any court of the civil jurisdiction ਇਹ ਹੈਗਾ ਵੀ ਜਿਹੜੇ ਵੀ ਜਿਹੇ ਕੇਸ ਚੱਲਦੇ ਹੈਗੇ ਸਿਵਲ ਸੀਪੀਸੀ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਹੁੰਦੀਆਂ ਉਹ ਸਭ ਤੇ ਲਾਗੂ ਹੋਣਗੀਆਂ ਅੱਗੇ ਹੈਗਾ section 142 orders and notices to be in writing all orders and notice served on or given to any person under the provisions of this code shall be in writing writing ਹੀ ਹੋਣਗੇ ਆਰਡਰ ਤਾਂ postage ਕਿਸੇ ਡਾਕ ਰਾਹੀਂ ਵੀ ਭੇਜਿਆ ਜਾ ਸਕਦਾ ਹੈ postage where charges notice summons or letters issued under this code forward by the post by post ਵੀ ਭੇਜਿਆ ਸਕਦਾ ਜਿਹੜੀ ਸਰਕਾਰੀ ਫੀਸ ਹੈਗੀ ਹੈ ਉਹ ਕੰਸਰਨ ਪਾਰਟੀ ਜਿਵੇਂ ਆਪਾਂ ਦੇਖਦੇ ਹਾਂ ਕੰਸਰਨ ਪਾਰਟੀ ਫੀਸ ਜਮ੍ਹਾਂ ਕਰਾਉਂਦੀ ਹੈ ਫਿਰ ਉਹਦੀ ਜਿਹੜੀ ਪੋਸਟਿੰਗ ਕਰ ਦਿੱਤੀ ਜਾਂਦੀ ਹੈ ਰਜਿਸਟਰੀ ਕਰ ਦਿੱਤੀ ਜਾਂਦੀ ਹੈ ਕਿਸੇ ਵੀ ਲੈਟਰ ਦੀ ਕਿਸੇ ਨੋਟਿਸ ਦੀ ਕਿਸੇ ਆਰਡਰ ਦੀ ਦੈਨ ਹੈਗਾ 144 ਐਪਲੀਕੇਸ਼ਨ ਫਾਰ ਦਾ ਰੈਸਟੀਟਿਊਸ਼ਨ ਕੀ ਹੁੰਦਾ ਹੈ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਰੈਸਟੀਟਿਊਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਇਹਦਾ ਮਤਲਬ ਇਹ ਹੁੰਦਾ ਵੀ ਕਿਸੇ ਨੇ ਕੋਈ ਪਹਿਲਾਂ ਕੋਈ ਡਿਗਰੀ ਪਾਸ ਹੋਈ ਕਿਸੇ ਹੱਕ ਦੇ ਵਿੱਚ ਸਿੰਪਲ ਜੀ ਗੱਲ ਦੱਸਣ ਜਵਾਨੀ ਸਮਝਾਦਾ ਇਹ ਪੜ੍ਹੇ ਤੋਂ ਨਹੀਂ ਕੁਝ ਪੱਲੇ ਪੈਂਦਾ ਹੈਗਾ ਕਿਸੇ ਵਿਅਕਤੀ ਦੇ ਹੱਕ ਦੇ ਵਿੱਚ ਕਿਸੇ ਪਲੈਂਟਿਫ ਦੇ ਹੱਕ 'ਚ ਕੋਈ ਡਿਗਰੀ ਪਾਸ ਹੋ ਗਈ ਠੀਕ ਹੈ ਜਦੋਂ ਡਿਗਰੀ ਪਾਸ ਹੋ ਗਈ ਤਾਂ ਕੋਰਟ ਨੇ